वाहिगुरु जी की विघ्न विनाशन। श्री वाहिगुरु जी की फतेह है। सोए सुन तिखान त्यागी निज कर, सन्मुख खरो होए दर्श निहारा। वाहिगुरु जी का खालसा, वाहिगुरु जी की फतेह। गरीब नवाज सतगुरु गुरु ग्रंथ साहिब जियां दे पवित्र हजूरी अंदर सुभाएमान हो रही गुरु की संगत। अज आपां नूं ਉਹ ਦਿਹਾੜਾ ਪ੍ਰਾਪਤ ਹੋਇਆ जिस दिन ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਸਾਹਿਬ ਮਾਤਾ ਗੁਜਰੀ ਜੀ, ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਹੈ। ਵਿਦਵਾਨਾਂ ਨੇ 13 ਪੋਹ ਦਾ ਦਿਨ ਉਹ ਲਿਖਿਆ ਹੈ। ਇਸ ਦੇ ਸੰਬੰਧ ਵਿੱਚ ਵੀ ਆਪਾਂ ਵਿਚਾਰ ਸਰਵਨ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀਆਂ ਦਾ ਇਤਿਹਾਸ ਆਪਾਂ ਸਰਵਨ ਕਰ ਰਹੇ ਹਾਂ। ਕੁਰੂਕਸ਼ੇਤਰ ਮਹਾਰਾਜ ਪਹੁੰਚੇ ਹੋਏ ਨੇ। ਇੱਥੇ ਮਹਾਰਾਜ ਜੀਆਂ ਨੇ ਪੁੱਛਿਆ ਕੋਈ ਸਿੱਖ ਰਹਿੰਦਾ? ਇੱਕ ਵਿਅਕਤੀ ਨੇ ਦੱਸਿਆ ਮਹਾਰਾਜ ਇੱਥੇ ਇੱਕ ਤਰਖਾਣ ਸਿੱਖ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੱਲ ਫਿਰ ਸਾਨੂੰ ਉਸ ਦੇ ਘਰ ਲੈ ਕੇ ਚੱਲ। ਉਸ ਤਰਖਾਣ ਸਿੱਖ ਦੇ ਘਰ ਦਰਵਾਜ਼ੇ 'ਤੇ ਮਹਾਰਾਜ ਪਹੁੰਚੇ। ਉਸ ਵਿਅਕਤੀ ਨੇ ਜਾ ਕੇ ਤਰਖਾਣ ਸਿੱਖ ਨੂੰ ਆਵਾਜ਼ ਮਾਰੀ ਹੈ ਵੀ ਤੇਰੇ ਦਰ 'ਤੇ ਗੁਰੂ ਪਾਤਸ਼ਾਹ ਆਏ ਨੇ, ਦਰਸ਼ਨ ਕਰ। ਜਦੋਂ ਉਹ ਤਰਖਾਣ ਸਿੱਖ ਨੇ ਸੁਣਿਆ ਹੁਣ ਉਹ ਕੀ ਕਰਦਾ, ਇਹ ਆਪਾਂ ਇਤਿਹਾਸ ਸਰਵਨ ਕਰਨ ਜਾ ਰਹੇ ਹਾਂ। ਬੇਨਤੀ ਹੈ ਆਪ ਸੰਗਤਾਂ ਨੂੰ ਜਦੋਂ ਦਰਬਾਰ ਵਿੱਚ ਆਉਂਦੇ ਹੋ ਕਿਰਪਾ ਕਰਕੇ ਆਪਣਾ ਮੋਬਾਈਲ ਬੰਦ ਕਰ ਲਿਆ ਕਰੋ ਜਾਂ ਉਹਦੀ ਰਿੰਗ ਬੰਦ ਕਰ ਲਿਆ ਕਰੋ। ਇਹ ਬੇਨਤੀ ਹੈ ਬਹੁਤ ਜ਼ਰੂਰੀ, ਇਸ ਗੱਲ ਦਾ ਆਪ ਸੰਗਤਾਂ ਧਿਆਨ ਰੱਖਿਆ ਕਰੋ। ਆਓ ਇਤਿਹਾਸ ਦੇ ਨਾਲ ਜੁੜੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਤਿਖਾਨ ਤਿਆਗੀ ਨਿਜ ਕਰ। ਜਿਹੜਾ ਤਰਖਾਣ ਸਿੱਖ ਸੀ ਨਾ ਉਹ ਆਪਣੇ ਘਰ ਦੇ ਵਿੱਚ ਲੱਕੜੀ ਦਾ ਕੰਮ ਕਰਦਾ ਪਿਆ ਸੀ। ਜਦੋਂ ਸੁਣਿਆ ਨਾ ਵੀ ਮੇਰੇ ਦਰਵਾਜ਼ੇ 'ਤੇ ਗੁਰੂ ਪਾਤਸ਼ਾਹ ਆਏ, ਉਸਨੇ ਕੰਮ ਆਪਣਾ ਉੱਥੇ ਹੀ ਛੱਡ ਦਿੱਤਾ। ਆਪਣਾ ਕੰਮ ਛੱਡ ਕੇ ਸਨਮੁਖ ਖਰੋ ਹੋਏ ਦਰਸ ਨਿਹਾਰ। ਜਦੋਂ ਉਸਨੇ ਮੁੜ ਕੇ ਵੇਖਿਆ ਨਾ ਦਰਵਾਜ਼ੇ ਦੇ ਵੱਲ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਖਲੋਤੇ ਹੋਏ ਤੇ ਸਾਹਮਣੇ ਉਸਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਦੀਰਘ ਮੁਖ ਮੰਡਲ ਕੋ ਦੇਖ। ਸਤਿਗੁਰਾਂ ਦਾ ਮੁਖ ਜਿਹੜਾ ਹੈ ਨਾ ਜਿਵੇਂ ਚੰਦਰਮਾ ਪੂਰਨਮਾਸ਼ੀ ਦਾ ਪ੍ਰਕਾਸ਼ ਕਰਦਾ, ਇਸ ਤਰ੍ਹਾਂ ਦਾ ਨੂਰ, ਇਸ ਤਰ੍ਹਾਂ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਿਹਰੇ 'ਤੇ ਦਿਖਿਆ ਹੈ। ਧਰਿਓ ਚਰਨ ਸਿਰ ਪ੍ਰੇਮ ਵਿਸ਼ੇਖ। ਤੇ ਇਹ ਜਿਹੜਾ ਤਰਖਾਣ ਸਿੱਖ ਹੈ ਦੌੜ ਕੇ ਗਿਆ ਦਰਵਾਜ਼ੇ 'ਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਹੈ। ਆਨ ਜੋਰ ਪੁਨ ਬੈਨ ਬਖਾਨਾ। ਫਿਰ ਹੱਥ ਜੋੜ ਕੇ ਨਾ ਸਤਿਗੁਰਾਂ ਦੇ ਅੱਗੇ, ਤੇ ਇਹ ਜਿਹੜਾ ਸਿੱਖ ਹੈ ਇੱਥੋਂ ਦੇ ਰਹਿਣ ਵਾਲਾ ਜਾਤ ਦਾ ਤਰਖਾਣ ਹੈ, ਕੁਰੂਕਸ਼ੇਤਰ ਦੀ ਉਹ ਧਰਤੀ ਹੈ ਜਿੱਥੇ ਕੌਰਵਾਂ ਤੇ ਪਾਂਡਵਾਂ ਦਾ ਜੰਗ ਹੋਇਆ ਹੈ। ਇਸ ਜਗ੍ਹਾ 'ਤੇ ਮਹਾਰਾਜ ਪਹੁੰਚੇ ਹੋਏ ਤੇ ਉਹ ਸਿੱਖ ਕਹਿਣ ਲੱਗਾ ਹੈ ਪ੍ਰਭ ਜੀ ਤੁਮਰੇ ਸਰਵ ਸਥਾਨਾ। ਮਹਾਰਾਜ ਇਹ ਘਰ ਤੁਹਾਡਾ ਹੀ ਹੈ, ਤੁਸੀਂ ਉਹ ਘਰ ਨੂੰ ਬਖਸ਼ਿਸ਼ ਕਰਨ ਵਾਲੇ, ਦੇਣ ਵਾਲੇ, ਆਪ ਜੀ ਦੇ ਸਾਰੇ ਸਥਾਨ ਹਨ। ਪੁੱਤਰੋ ਆਪ ਕਿਰਪਾ ਬੋ ਧਰੋ। ਸਤਿਗੁਰੂ ਪਾਤਸ਼ਾਹ ਮੇਰੇ ਤੇ ਕਰੋ ਕਿਰਪਾ, ਆਪ ਜੀ ਮੇਰੇ ਘਰ ਵਿੱਚ ਚਰਨ ਪਾਓ ਤੇ ਇੱਥੇ ਮਹਾਰਾਜ ਟਿਕਾਣਾ ਕਰੋ, ਮੇਰਾ ਘਰ ਸਫਲਾ ਹੋ ਜਾਵੇ। ਨਿਜ ਸਿੱਖ ਜਾਨ ਸਫਲ ਮੋਇ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਮੈਨੂੰ ਆਪਣਾ ਸਿੱਖ ਜਾਣ ਕੇ, ਆਪ ਜੀ ਦਾ ਸਿੱਖ ਮੈਨੂੰ ਜਾਣ ਕੇ ਤੇ ਸਫਲਾ ਕਰੋ, ਮੇਰੇ ਘਰ ਵਿੱਚ ਆਪਣੇ ਪਵਿੱਤਰ ਚਰਨ ਬਖਸ਼ੋ। ਸੁਨ ਸਤਿਗੁਰੂ ਲਖ ਪ੍ਰੇਮ ਵਿਸਾਲਾ। ਸਤਿਗੁਰੂ ਪਾਤਸ਼ਾਹ ਨੇ ਸੁਣੀ ਨਾ ਬਚਨ ਇਹ ਸਿੱਖ ਦੇ ਤਰਖਾਣ ਦੇ, ਤੇ ਸੁਣ ਕੇ ਮਹਾਰਾਜ ਨੇ ਵੇਖਿਆ ਵੀ ਬੜੀ ਪ੍ਰੇਮ ਦੇ ਨਾਲ, ਬੜੀ ਭਾਵਨਾ ਨਾਲ ਬੇਨਤੀ ਕਰਦਾ। ਸਾਡੀ ਗੱਲ ਵਿੱਚੋਂ, ਸਾਡੇ ਬੋਲਣ ਦੇ ਤਰੀਕੇ ਵਿੱਚੋਂ ਪਤਾ ਲੱਗ ਜਾਂਦਾ ਹੈ ਵੀ ਇਹ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਪ੍ਰੇਮ ਕਰਦਾ, ਕਿੰਨਾ ਕੁ ਪ੍ਰੇਮ ਕਰਦਾ।
ਉਹਦੇ ਬੇਨਤੀ ਕਰਨ ਦੇ ਤਰੀਕੇ ਤੋਂ ਮਹਾਰਾਜ ਨੇ ਪਤਾ ਲਾ ਲਿਆ ਵੀ ਇਹ ਬੜੀ ਭਾਵਨਾ ਵਾਲਾ ਸਿੱਖ ਹੈ, ਤੇ ਸੁਣ ਕੇ ਮਹਾਰਾਜ ਉਸ ਵੇਲੇ ਕਹਿਣ ਲੱਗੇ, ਉਤਰੇ ਹਿਤ ਨਿਹਾਲ ਤਤਕਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਭਾਈ, ਜੇ ਤੂੰ ਬਹੁਤੀ ਬੇਨਤੀਆਂ ਕਰਦਾ ਹੈ ਤੇ ਮਹਾਰਾਜ ਉਹਦੇ ਘਰ ਵਿੱਚ ਉਤਰ ਪਏ ਹਨ। ਸੰਯੰਦਨ ਕਰੋ ਖਰੋ ਕੀਨ ਦਰਪਾਸ। ਤੇ ਸਤਿਗੁਰਾਂ ਨੇ ਜਿਸ ਰੱਥ ਦੇ ਉੱਪਰ ਮਹਾਰਾਜ ਗਏ ਸਨ, ਉਹ ਰੱਥ ਉਹਦੇ ਦਰਵਾਜ਼ੇ ਦੇ ਬਾਹਰ ਹੀ ਖੜਾ ਕਰ ਦਿੱਤਾ, ਕਿਉਂਕਿ ਦਰਵਾਜ਼ਾ ਛੋਟਾ ਹੈ ਤੇ ਰੱਥ ਅੰਦਰ ਨਹੀਂ ਜਾਂਦਾ। ਬਾਹਰ ਗਲੀ ਦੇ ਵਿੱਚ ਉਹਦੇ ਦਰਵਾਜ਼ੇ ਦੇ ਸਾਹਮਣੇ ਰੱਥ ਖੜਾ ਕੀਤਾ ਹੈ। ਅੰਤਰ ਪ੍ਰਵਿਸ਼ ਪ੍ਰਭੂ ਤੇ ਆਵਾਸ। ਸਤਿਗੁਰੂ ਪਾਤਸ਼ਾਹ ਇਸ ਦੇ ਘਰ ਵਿੱਚ ਆ ਗਏ ਹਨ। ਸਰਬ ਸਮਾਜ ਦਾਸ ਚਲਿਆ। ਤੇ ਸਾਰੇ ਦਾਸ ਸੇਵਕ ਜਿੰਨੇ ਨਾਲ ਸਨ ਉਹ ਵੀ ਚੱਲ ਕੇ ਆ ਗਏ। ਸਿਵਰ ਕਰਿਓ ਸ਼ਰਮ ਕੋ ਬਿਨਸਾ। ਸਾਰਿਆਂ ਨੇ ਇੱਥੇ ਟਿਕਾਣਾ ਕੀਤਾ, ਪਾਣੀ ਮਿਲਿਆ, ਪੰਜ ਇਸ਼ਨਾਨਾਂ ਕਰਨ ਵਾਸਤੇ, ਸੇਵਾ ਕਰਨ ਵਾਸਤੇ ਸਾਰਾ ਮਹੱਲਾ ਨਗਰ ਇਕੱਠਾ ਹੋ ਗਿਆ ਹੈ। ਚਾਵਰ ਚੂਨ ਆਦਿ ਕੋ ਲਿਆਏ। ਕੋਈ ਚਾਵਲ ਲੈ ਆਇਆ ਬਣਾਉਣ ਵਾਸਤੇ, ਕੋਈ ਚੂਨ ਆਟਾ ਲੈ ਆਇਆ, ਕੋਈ ਜੋ ਜਿਹਦੇ ਘਰ ਵਿੱਚ ਸੀ ਨਾ ਪਦਾਰਥ ਇਕੱਠੇ ਕੀਤੇ ਹਨ। ਦੇਖ ਕਰੀ ਸਭ ਤਪ ਤਪਤਾਏ। ਬਹੁਤਾ ਲੰਗਰ ਤਿਆਰ ਹੋਇਆ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਆਪਣੇ ਨਾਲ ਵੀ ਬੜਾ ਸੰਗਤਾਂ ਦਾ ਜਥਾ ਹੈ, ਸਾਰਿਆਂ ਵਾਸਤੇ ਸਾਂਝਾ ਲੰਗਰ ਬਣਿਆ ਹੈ। ਸੁਪਤ ਜਥਾ ਸੁਖ ਰਾਤ ਤੇ ਬਿਤਾਈ। ਜਦੋਂ ਰਾਤ ਪਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਆਰਾਮ ਕਰਕੇ। ਜਾਮ ਜਾਮਨੀ ਜਾਗ ਤੇ ਗੁਸਾਈ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਪਾਤਸ਼ਾਹ ਫਿਰ ਉਸ ਵੇਲੇ ਉੱਠੇ ਹਨ। ਦਾਸ ਉਠਾਏ 100 ਚੱਕੇ ਠਾਨ। ਮਹਾਰਾਜ ਜੀਆਂ ਨੇ ਠਾਇਆ ਤਰਖਾਣ ਸਿੱਖ ਨੂੰ ਵੀ, ਉੱਠ ਭਾਈ ਸਾਨੂੰ ਇਸ਼ਨਾਨ ਕਰਵਾ ਤੇ ਜੋ ਸਾਨੂੰ ਲੋੜੀ ਦੀਆਂ ਵਸਤੂਆਂ ਦੇਣਾ ਕਰ। ਗਮਨੇ ਤੀਰਥ ਕਰਨ ਇਸ਼ਨਾਨ। ਇੱਥੇ ਨੇੜੇ ਇੱਕ ਤੀਰਥ ਹੈ, ਨਦੀ ਚੱਲਦੀ ਹੈ ਕੁਰੂਕਸ਼ੇਤਰ ਦੇ ਨੇੜੇ, ਤੇ ਮਹਾਰਾਜ ਉਧਰ ਨੂੰ ਚੱਲ ਪਏ ਵੀ ਚਲੋ ਅੱਜ ਨਦੀ ਵਿੱਚ ਇਸ਼ਨਾਨ ਕਰਦੇ ਹਾਂ। ਸਾਰਸੁਤੀ ਸਲਤਾ ਬਹੁ ਪਾਵਨ। ਕਹਿੰਦੇ ਵੀ ਇਹ ਜਿਹੜੀ ਸਾਰਸੁਤੀ ਨਦੀ ਹੈ ਨਾ, ਬੜਾ ਇਸ ਦਾ ਪਵਿੱਤਰ ਜਲ ਹੈ। ਨਿਰਮਲ ਨੀਰ ਲਗੇ ਤਬ ਗੁਰੂ ਨਹਾਉਣ। ਤੇਗ ਬਹਾਦਰ ਪਾਤਸ਼ਾਹ ਲੱਗ ਪਏ ਉਸ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ। ਕਰਮ ਜਨ ਕੋ ਪਹੁੰਚ ਸਰੀਰ। ਸਤਿਗੁਰਾਂ ਨੇ ਜਦੋਂ ਨਦੀ ਵਿੱਚ ਇਸ਼ਨਾਨ ਕੀਤਾ ਤੇ ਫਿਰ ਆਪਣੇ ਸਰੀਰ ਨੂੰ ਕੱਪੜੇ ਦੇ ਨਾਲ ਪੂੰਝਿਆ ਹੈ। ਪੈਰਤ ਭਏ ਸਕਲ ਵਰ ਚੀਰ। ਤੇ ਸਤਿਗੁਰੂ ਪਾਤਸ਼ਾਹ ਜੀ ਬੜੇ ਸੋਹਣੇ ਉਸ ਵੇਲੇ ਬਸਤਰ ਪਾ ਕੇ ਤੇ ਤਿਆਰ ਹੋਏ ਹਨ। ਬੈਠ ਧਿਆਨ ਕੋ ਠਾਨ ਮਹਾਨਾ। ਤੇ ਸਤਿਗੁਰੂ ਜੀ ਬੈਠ ਗਏ, ਆਪਣੇ ਨਿਜ ਸਰੂਪ ਦੇ ਵਿੱਚ ਧਿਆਨ ਲਾਇਆ ਹੈ। ਨਿਸ਼ਚਲ ਬ੍ਰਿਤ ਸਰੂਪ ਮਨ ਮਾਨਾ। ਸਤਿਗੁਰਾਂ ਦਾ ਜਿਹੜਾ ਨਿਸ਼ਚਲ ਸਰੂਪ ਹੈ, ਇੱਕ ਰਸ ਬਿਰਤੀ ਟਿਕ ਗਈ ਹੈ, ਬੜੇ ਆਰਾਮ ਦੇ ਨਾਲ ਬੈਠੇ ਹਨ। ਸੂਰਜ ਉਦੈ ਭਇਓ ਅਸਮਾਨ। ਇੰਨੇ ਚਿਰ ਨੂੰ ਸੂਰਜ ਚੜ੍ਹ ਗਿਆ। ਅੰਮ੍ਰਿਤ ਵੇਲੇ ਤੋਂ ਮਹਾਰਾਜ ਧਿਆਨ ਵਿੱਚ ਬੈਠੇ ਨੇ, ਸਿਮਰਨ ਵਿੱਚ ਬੈਠੇ ਨੇ, ਤੇ ਬੈਠਦਿਆਂ ਕਹਿੰਦੇ ਇੰਨੇ ਚਿਰ ਨੂੰ ਸੂਰਜ ਚੜ੍ਹਿਆ ਹੈ। ਦਿਜਗਨ ਆਏ ਅਸੀਸ ਬਖਾਨ। ਇੰਨੇ ਚਿਰ ਨੂੰ ਬ੍ਰਾਹਮਣ ਆ ਗਿਆ, ਕਹਿਣ ਲੱਗੇ ਮਹਾਰਾਜ ਇੱਥੋਂ ਦੇ ਅਸੀਂ ਰਹਿਣ ਵਾਲੇ ਹਾਂ, ਤੇ ਸਤਿਗੁਰਾਂ ਨੇ ਉਹਨਾਂ ਨੂੰ ਦਾਨ ਵੀ ਦਿੱਤਾ ਹੈ। ਸਭ ਹਨ ਕੋ ਧਨ ਦੀਨ ਸਦਾਨ। ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਉਸ ਵੇਲੇ ਦਾਨ ਦੇ ਕੇ ਲੈ ਕਰ ਉਰ ਹਰਖੇ ਸੁਖ ਮਾਨ। ਤੇ ਇਹ ਜਿਹੜੇ ਬ੍ਰਾਹਮਣ ਸਨ ਦਾਨ ਲੈ ਕੇ, ਮਾਇਆ ਲੈ ਕੇ ਬੜੇ ਖੁਸ਼ ਹੋਏ ਹਨ। ਕੀਰਤ ਕਰਤ ਨਿਕੇਤ ਸਦਾਏ। ਬ੍ਰਾਹਮਣ ਜਿਹੜੇ ਸਨ ਦਾਨ ਲੈ ਕੇ ਖੁਸ਼ ਹੋ ਕੇ ਮਹਾਰਾਜ ਦੀ ਵਡਿਆਈ ਕਰਦਿਆਂ ਆਪਣੇ ਘਰਾਂ ਨੂੰ ਚਲੇ ਗਏ ਹਨ। ਤਿਮ ਦੇਖੇ ਜਿਮ ਹਮ ਸੁਨ ਪਾਏ। ਕਹਿਣ ਲੱਗੇ ਆਪਸ ਵਿੱਚ ਗੱਲਾਂ ਕਰਦੇ ਵੀ ਸੁਣਿਆ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਬੜੇ ਵੱਡੇ ਦਾਤੇ ਨੇ, ਪਰ ਅੱਜ ਉਹਨਾਂ ਦਾ ਦਾਨ ਮਿਲਿਆ ਵੇਖ ਕੇ ਸਾਡੇ ਮਨ ਨੂੰ ਯਕੀਨ ਹੋ ਗਿਆ ਵੀ ਜਿਵੇਂ ਦਾ ਅਸੀਂ ਸੁਣਿਆ ਸੀ ਉਵੇਂ ਦਾ ਅਸੀਂ ਅੱਜ ਵੇਖਿਆ ਹੈ। ਜਥਾ ਸ਼ਕਤ ਤਬ ਸਿੱਖ ਤਰਖਾਨ। ਉਹ ਜਿਹੜਾ ਤਰਖਾਣ ਸਿੱਖ ਸੀ ਉਸਨੇ ਮਹਾਰਾਜ ਦੀ ਜਥਾ ਸ਼ਕਤ ਜਿੰਨੀ ਉਹਦੇ ਕੋਲ ਪੂੰਜੀ ਜਾਂ ਜਿੰਨੀ ਉਹ ਸੇਵਾ ਕਰ ਸਕਦਾ ਉਸਨੇ ਕੀਤੀ ਹੈ। ਅਰਪਨ ਕੀਨ ਉਪਾਇਨ ਆਨ। ਤੇ ਸਤਿਗੁਰਾਂ ਦੇ ਅੱਗੇ ਉਸਨੇ ਕੁਝ ਭੇਟਾ ਵੀ ਆਪਣੇ ਵੱਲੋਂ ਰੱਖੀ ਹੈ। ਜਾਨ ਦੀਨ ਸ਼ਰਧਾ ਲਖ ਉਲਟੀ। ਸਤਿਗੁਰੂ ਪਾਤਸ਼ਾਹ ਨੇ ਉਸ ਦੀ ਸ਼ਰਧਾ ਜਾਣ ਕੇ, ਉਸ ਦਾ ਪ੍ਰੇਮ ਵੇਖ ਕੇ, ਉਸ ਦੀ ਨਿਮਰਤਾ ਵੇਖ ਕੇ ਖੁਸ਼ੀ ਵਿਸਾਲ ਭਈ ਸਤਿਗੁਰ ਕੀ। ਸਤਿਗੁਰਾਂ ਨੇ ਬਹੁਤੀ ਖੁਸ਼ੀ ਉਸ ਤਰਖਾਣ ਸਿੱਖ ਦੇ ਉੱਪਰ ਬਹੁਤੀਆਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਹਨ। ਭਇਓ ਨਿਹਾਲ ਆਨੰਦ ਕੋ ਪਾਵਾ। ਸਤਿਗੁਰਾਂ ਦੇ ਕੋਲੋਂ ਨਿਹਾਲ ਹੋ ਗਿਆ, ਕਿਉਂਕਿ ਆਨੰਦ ਸਰੂਪ ਸਤਿਗੁਰੂ ਨੇ, ਤੇ ਮਹਾਰਾਜ ਜੀਆਂ ਦੇ ਦਿਦਾਰੇ ਕਰਕੇ, ਬਚਨ ਸੁਣ ਕੇ, ਦਰਸ਼ਨ ਕਰਕੇ ਨਿਹਾਲ ਹੋਇਆ ਹੈ। ਗੁਰ ਪਗ ਪੰਕਜ ਸੀਸ ਲਗਾਵਾ। ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮੁੜ ਕੇ ਇਸ ਨੇ ਮੱਥਾ ਟੇਕਿਆ। ਹਮ ਸ਼੍ਰੀ ਤੇਗ ਬਹਾਦਰ ਧੀਰ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਬੜੇ ਧੀਰਜ ਧਾਰੀ ਹਨ। ਰਹੇ 3 ਦਿਨ ਤੀਰਥ ਤਿਰਪ। ਇਹ ਜਿਹੜਾ ਤੀਰਥ ਹੈ ਕੁਰੂਕਸ਼ੇਤਰੇ ਦੇ ਕਿਨਾਰੇ ਤੇ ਜਾਏ, ਮੰਨ ਲਈਏ ਵੀ ਇਹਦੇ ਕੋਲ ਮਹਾਰਾਜ 3 ਦਿਨ ਰਹੇ ਹਨ। ਹੁਣ ਤਿਆਰੀ ਕਰ ਚਹਿਤ ਪਿਆ ਨੇ। ਸਤਿਗੁਰੂ ਪਾਤਸ਼ਾਹ ਜੀ ਹੁਣ ਕੁਰੂਕਸ਼ੇਤਰ ਤੋਂ ਅੱਗੇ ਜਾਣ ਵਾਸਤੇ ਤਿਆਰੀ ਕਰਨ ਲੱਗੇ ਹਨ। ਤਿਸ ਤਖਾਨ ਕੋ ਮੈਨ ਬਖਾਨੇ। ਉਸ ਜਿਹੜਾ ਤਰਖਾਣ ਸੀ ਨਾ, ਉਹਨੂੰ ਮਹਾਰਾਜ ਕਹਿਣ ਲੱਗੇ ਜਿਹਦੇ ਘਰੇ ਰੁਕੇ ਸਨ 3 ਦਿਨ,
ਤੇ ਪਾਤਸ਼ਾਹ ਜੀ ਅੱਜ ਉਸ ਨੂੰ ਕਹਿਣ ਲੱਗੇ ਹਨ। कैंथलपुर को हमने जाना। ਮਹਾਰਾਜ ਕਹਿਣ ਲੱਗੇ ਵੀ ਐ ਸਿੱਖਾ ਅਸੀਂ ਹੁਣ ਕੈਂਥਲ ਨੂੰ ਜਾਣਾ ਹੈ। ਕੁਰੂਕਸ਼ੇਤਰ ਤੋਂ ਸਾਡਾ ਅਗਲਾ ਪੜਾਅ ਕੈਂਥਲ ਨੂੰ ਪਹੁੰਚਣ ਦਾ ਹੈ। वो सिख है कि नहीं तिस थाना। ਸਾਨੂੰ ਦੱਸ ਵੀ ਉੱਥੇ ਕੈਂਥਲ ਵਿੱਚ ਜਿੱਥੇ ਅਸੀਂ ਜਾਣਾ ਕੋਈ ਸਿੱਖ ਹੈ ਗੁਰੂ ਨਾਨਕ ਸਾਹਿਬ ਦਾ ਉੱਥੇ ਕੋਈ ਰੱਬ ਦੀ ਬੰਦਗੀ ਵਾਲਾ, ਕੋਈ ਭਗਤ, ਕੋਈ ਸਿਮਰਨ ਕਰਨ ਵਾਲੀ, ਕੋਈ ਚੰਗੀ ਰੂਹ ਉੱਥੇ ਹੈ। कहाँ जाए कर डेरा पावे। ਜੇ ਕੋਈ ਹੈ ਤੇ ਫਿਰ ਉੱਥੇ ਜਾ ਕੇ ਅਸੀਂ ਡੇਰਾ ਕਰਾਂਗੇ। सुख सो बस कर दिवस बितावे। ਸੁੱਖਾਂ ਦੇ ਨਾਲ ਫਿਰ ਰਵਾਂਗੇ ਤੇ 1-2 ਦਿਨ ਉੱਥੇ ਟਿਕਾਣਾ ਕਰਾਂਗੇ। सिख कर जोर बतावन ਇਹ की। ਜਿਹੜਾ ਸਿੱਖ ਹੈ ਨਾ ਤਰਖਾਣ ਹੱਥ ਜੋੜ ਕੇ ਮਹਾਰਾਜ ਨੂੰ ਜਦੋਂ ਪੁੱਛਿਆ ਨਾ ਵੀ ਕੈਂਥਲ ਵਿੱਚ ਕੋਈ ਸਿੱਖ ਹੈ ਤੇ ਹੱਥ ਜੋੜ ਕੇ ਦੱਸਣ ਲੱਗਾ। कैथल में सिख के घर तीन। ਮਹਾਰਾਜ ਕੈਂਥਲ ਦੇ ਵਿੱਚ 3 ਸਿੱਖਾਂ ਦੇ ਘਰ ਨੇ। ਕੇਵਲ 3 ਘਰ ਹੀ ਨੇ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਜਾਂ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਹਨ। एक तिखान है हमरी जात। ਇੱਕ ਤੇ ਮੇਰੀ ਜਾਤ ਦਾ ਹੀ ਹੈ, ਜਿਵੇਂ ਮੈਂ ਤਰਖਾਣ ਆ, ਇੱਕ ਤੇ ਸਾਡਾ ਤਰਖਾਣ ਜਾਤੀ ਵਿੱਚੋਂ ਇੱਕ ਘਰ ਕੈਂਥਲ ਦੇ ਵਿੱਚ ਰਹਿੰਦਾ ਹੈ। दोए घर बनकन के वख्यात। ਤੇ 2 ਜਿਹੜੇ ਘਰ ਨੇ ਉਹ ਬਾਣੀਆਂ ਦੇ ਨੇ। ਬਾਣੀਏ 2 ਘਰ ਜਾਂ ਬਾਣੀਆਂ ਦੇ 2 ਘਰ ਨੇ ਉੱਥੇ, ਤੇ ਇੱਕ ਘਰ ਤਰਖਾਣਾ ਦਾ। 3 ਘਰ ਨੇ ਕੈਂਥਲ ਦੇ ਵਿੱਚ ਜੋ ਸਿੱਖ ਹਨ। सुन गुर भाख्यो संग हमारे। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੁਣੇ ਨਾ ਬਚਨ ਇਸ ਸਿੱਖ ਦੇ, ਜਿਹੜਾ ਕਹਿੰਦਾ ਵੀ ਕੈਂਥਲ ਵਿੱਚ ਮੇਰਾ ਰਿਸ਼ਤੇਦਾਰ ਰਹਿੰਦਾ ਹੈ। ਤੇ ਮਹਾਰਾਜ ਸੁਣ ਕੇ ਕਹਿਣ ਲੱਗੇ चलो तहां लग दियो दिखारे। ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਫਿਰ ਨਾਲ ਚੱਲ ਤੇ ਸਾਨੂੰ ਵਿਖਾ ਵੀ ਉਹ ਕੈਂਥਲ ਦੇ ਵਿੱਚ ਉਹ ਘਰ ਕਿੱਥੇ ਆ ਜਿਹੜਾ ਤੇਰਾ ਰਿਸ਼ਤੇਦਾਰ ਵੀ ਹੈ ਜਾਂ ਤੇਰੀ ਬਰਾਦਰੀ ਦਾ ਹੈ ਤੇ ਗੁਰੂ ਦਾ ਸਿੱਖ ਹੈ। ਚੱਲ ਫਿਰ ਨਾਲ ਚੱਲ ਕੇ ਵਿਖਾਉਣਾ ਕਰ। उन हट आए बसो सुख साथ। ਤੇ ਫਿਰ ਤੂੰ ਵਾਪਸ ਆ ਜਾਈਂ ਤੇ ਇੱਥੇ ਆ ਕੇ ਆਪਣਾ ਰਹਿਣਾ ਕਰ। हिम कह कीन पयानु नाथ। ਸਤਿਗੁਰਾਂ ਨੇ ਜਦੋਂ ਇਹ ਗੱਲ ਆਖੀ ਤੇ ਉਹ ਸਿੱਖ ਕਹਿਣ ਲੱਗਾ ਮਹਾਰਾਜ ਚਲੋ ਠੀਕ ਹੈ, ਤੁਹਾਡੀ ਸੇਵਾ ਜੇ ਮਿਲਦੀ ਹੈ ਤੇ ਮੈਂ ਨਾਲ ਚੱਲਣ ਵਾਸਤੇ ਤਿਆਰ ਹਾਂ। अष्टकोश को मार्ग कैंथल। ਕਹਿਣ ਲੱਗੇ ਚੱਲ ਪਏ। ਫਿਰ ਉਥੋਂ 8 ਕੋਹ ਦਾ ਰਸਤਾ ਹੈ। ਮਹਾਰਾਜ ਜੀ ਕੈਂਥਲ ਨੂੰ ਚੱਲੇ ਹਨ। लियायो सिख तिखान तिसै ਤੇ थल। ਉਹ ਜਿਹੜਾ ਸਿੱਖ ਸੀ ਨਾ ਨਾਲ ਚੱਲਿਆ ਰਸਤਾ ਦੱਸਣ ਵਾਲਾ, ਉਸ ਥਾਂ ਤੇ ਲੈ ਆਇਆ ਜਿੱਥੇ ਉਹ ਤਰਖਾਣ ਸਿੱਖ ਰਹਿੰਦਾ ਹੈ। प्रथम बहर उतरे सरती। ਪਹਿਲਾਂ ਤੇ ਬਾਰ-ਬਾਰ ਮਹਾਰਾਜ ਇੱਥੇ ਉਤਰ ਪਏ ਹਨ। खरी महीरो की जह पीर। ਇੱਥੇ ਬਹੁਤ ਜ਼ਿਆਦੇ ਰੁੱਖ ਸਨ। ਸੰਘਣੇ ਰੁੱਖ ਵੇਖ ਕੇ ਉਸ ਜਗ੍ਹਾ ਤੇ ਮਹਾਰਾਜ ਰੁਕ ਗਏ ਹਨ। दूजे गुरु कौन कर चलो। ਤੇ ਉਸ ਵੇਲੇ ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗਾ ਵੀ ਦੱਸ ਭਾਈ ਕਿਹੜਾ ਘਰ ਹੈ, ਆਪਾਂ ਕਿੱਥੇ ਜਾਣਾ ਹੈ। बनक जुगत एक खाती भलो। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਕਹਿੰਦਾ ਸੀ ਨਾ ਵੀ 2 ਬਾਣੀਏ ਤੇ 1 ਤਰਖਾਣ ਦਾ ਘਰ, ਪਰ ਉਹ ਹੈ ਕਿੱਥੇ ਹੈ ਸਾਨੂੰ ਦੱਸਣਾ ਕਰ। करो हुक्म जिसको होए नेरा। ਤੇ ਉਸ ਵੇਲੇ ਸਤਿਗੁਰਾਂ ਨੇ ਹੁਕਮ ਕੀਤਾ। ਮਹਾਰਾਜ ਕਹਿੰਦੇ ਜਿਹਦਾ ਘਰ ਨੇੜੇ ਆ ਨਾ ਉਧਰ ਨੂੰ ਲੈ ਚੱਲ। ਜੇ ਬਾਣੀਏ ਦਾ ਘਰ ਨੇੜੇ ਤੇ ਉੱਥੇ ਚੱਲੀਏ, ਜੇ ਤਰਖਾਣ ਸਿੱਖ ਦਾ ਘਰ ਨੇੜੇ ਆ ਤੇ ਉਧਰ ਨੂੰ ਲੈ ਜਾਣਾ ਕਰ। इसके करो जाए अब डेरा। ਤੇ ਆਪਾਂ ਉੱਥੇ ਜਾ ਕੇ ਡੇਰਾ ਕਰਾਂਗੇ। तब तिखान को घर टिक जाना। ਉਹ ਜਿਹੜਾ ਤਰਖਾਣ ਸਿੱਖ ਸੀ ਨਾ ਕਹਿਣ ਲੱਗਾ ਮਹਾਰਾਜ ਫਿਰ ਇੱਥੋਂ ਨੇੜੇ ਤੇ ਤਰਖਾਣ ਸਿੱਖ ਦਾ ਘਰ ਹੀ ਹੈ, ਜਿਹੜਾ ਮੇਰੀ ਬਰਾਦਰੀ ਦਾ ਹੈ, ਜਿਹਨੂੰ ਮੈਂ ਜਾਣਦਾ, ਉਹਦਾ ਘਰ ਨੇੜੇ ਆ ਤੇ ਬਾਣੀਆਂ ਦਾ ਘਰ ਹੈ ਦੂਰ। ਉਹਦਾ ਘਰ ਨੇੜੇ ਜਾਣ ਕੇ गए समाज गए तिस्थाना। ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਪੂਰੇ ਸਾਜੋ ਸਮਾਨ ਦੇ ਸਮੇਤ, ਸੰਗਤਾਂ ਦੇ ਸਮੇਤ ਉਸ ਤਰਖਾਣ ਸਿੱਖ ਦੇ ਘਰ ਕੈਂਥਲ ਚਲੇ ਗਏ। कहो गुरु आयो चल आ। ਇਹ ਜਿਹੜਾ ਸਿੱਖ ਨਾਲ ਗਿਆ ਸੀ ਇਹਨੇ ਜਾ ਕੇ ਉਹ ਸਿੱਖ ਨੂੰ ਦੱਸਿਆ ਵੀ ਤੇਰੇ ਘਰ ਗੁਰੂ ਪਾਤਸ਼ਾਹ ਆਏ ਹਨ, जिन दर्शन ते बिनसत पाप। ਜਿਨ੍ਹਾਂ ਦੇ ਦਰਸ਼ਨ ਕਰਕੇ ਕਈ ਤਰ੍ਹਾਂ ਦੇ ਪਾਪ ਨਾਸ ਹੁੰਦੇ ਹਨ। सुन के आनंद धार सिख गए। ਉਹ ਜਿਹੜਾ ਸਿੱਖ ਸੀ ਕੈਂਥਲ ਰਹਿਣ ਵਾਲਾ ਤਰਖਾਣ, ਜਦੋਂ ਸੁਣਿਆ ਵੀ ਮੇਰੇ ਘਰ ਗੁਰੂ ਨਾਨਕ ਸਾਹਿਬ ਦੇ 9ਵੇਂ ਸਰੂਪ ਆਏ ਨੇ, ਸੁਣ ਕੇ ਬੜਾ ਆਨੰਦਿਤ ਹੋਇਆ ਹੈ। वहर जाए गुर देखत भय। ਬਾਹਰ ਨਿਕਲਿਆ ਘਰ ਤੋਂ ਛੇਤੀ ਦੇ ਨਾਲ, ਸਾਹਮਣੇ ਵੇਖਦਾ ਸਤਿਗੁਰੂ ਹਨ। कर बंधन को घर ले आयो। ਸਤਿਗੁਰਾਂ ਨੂੰ ਟੇਕਿਆ ਮੱਥਾ ਤੇ ਨਾਲ ਹੀ ਮਹਾਰਾਜ ਨੂੰ ਲੈ ਕੇ ਆ ਗਿਆ ਹੈ। सादर डेरा कह ਤੇ करवायो। ਮਹਾਰਾਜ ਨੇ ਬੜੇ ਸਤਿਕਾਰ ਦੇ ਨਾਲ, ਮਹਾਰਾਜ ਨੂੰ ਕਹਿ ਕੇ ਬੜੇ ਸਤਿਕਾਰ ਦੇ ਨਾਲ ਇਹ ਸਿੱਖ ਨੇ ਆਪਣੇ ਘਰ ਵਿੱਚ ਡੇਰਾ ਕਰਵਾਇਆ। जथा शक्त सिख सेवा करी। ਕਹਿਣ ਲੱਗੇ ਵੀ ਜਥਾ ਜੋਗ ਜਿੰਨੀ ਸਿੱਖ ਸੇਵਾ ਕਰ ਸਕਦਾ ਸੀ, ਜਿੰਨੀ ਇਸ ਕੋਲ ਪੂੰਜੀ ਹੈ, ਜਿੰਨਾ ਧਨ ਹੈ, ਉਸ ਮੁਤਾਬਕ ਸੇਵਾ ਕਰਦਾ ਹੈ। गुर प्रसन्न होए अपदा हरि। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਪ੍ਰਸੰਨ ਹੋ ਕੇ ਇਸ ਦੇ ਦੁੱਖਾਂ ਨੂੰ ਕੱਟਣ ਲੱਗੇ। दोनों सिखन के घर जो ਜਿਹੜੇ 2 ਸਿੱਖਾਂ ਦੇ ਘਰ ਸਨ, सहद कुटुंब आए कर सोए। ਉਹਨਾਂ ਨੂੰ ਪਤਾ ਲੱਗ ਗਿਆ, ਬਾਣੀਆਂ ਨੂੰ ਪਤਾ ਲੱਗ ਗਿਆ ਵੀ ਤਰਖਾਣ ਸਿੱਖ ਦੇ ਘਰ ਵਿੱਚ ਮਹਾਰਾਜ ਆਏ।
ਉਹ ਦੋਨੇ ਘਰ ਇਕੱਠੇ ਹੋ ਕੇ ਪਰਿਵਾਰ ਦੇ ਸਮੇਤ ਮਹਾਰਾਜ ਦੇ ਕੋਲ ਆਏ ਹਨ। ਅਰਪ ਉਪਾਇਨ ਬੰਧਨ ਠਾਨੀ, ਆਪੋ ਆਪਣੇ ਘਰ ਦੇ ਵਿੱਚੋਂ ਭੇਟਾ ਲਿਆ ਕੇ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ ਮਨੋ ਕਾਮਨਾ ਪੁਰਬ ਮਹਾਨੀ, ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਮਨ ਦੀਆਂ ਕਾਮਨਾਵਾਂ ਪੂਰੀਆਂ ਕੀਤੀਆਂ ਹਨ। ਧਨ ਧਨ ਕਹਿ ਸਦਨ ਸਿਧਾਰੇ, ਕਹਿਣ ਲੱਗੇ ਮਹਾਰਾਜ ਧੰਨ ਹੋ। ਇਸ ਤਰ੍ਹਾਂ ਕਹਿ ਕੇ ਉਹ ਸਿੱਖ ਆਪਣੇ ਘਰਾਂ ਨੂੰ ਚਲੇ ਗਏ। ਗੁਰਦਰ ਸੇਵੜ ਭਾਗ ਹਮਾਰੇ, ਜਿਨ੍ਹਾਂ ਦੇ ਵੱਡੇ ਭਾਗ ਨੇ ਭਾਈ ਉਹਨਾਂ ਨੇ ਗੁਰੂ ਦਾ ਦਰਸ਼ਨ ਕੀਤਾ ਤੇ ਕਹਿਣ ਲੱਗੇ ਮਹਾਰਾਜ ਸਾਡੇ ਵੱਡੇ ਭਾਗ ਨੇ ਜੋ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਹਨ। ਕਿਤਕ ਦਿਵਸ ਬਸ ਕਰ ਤਿਸਪੁਰੀ, ਸਤਿਗੁਰੂ ਪਾਤਸ਼ਾਹ ਜੀ ਕੈਂਥਲ ਦੇ ਵਿੱਚ ਕੁਝ ਦਿਨ ਇਸ ਜਗ੍ਹਾ ਦੇ ਵਿੱਚ ਇਸ ਸਿੱਖ ਦੇ ਕੋਲ ਰਹੇ ਹਨ। ਬਹੁਰ ਚਲਨ ਕੀ ਮਨਸਾ ਕਰੇ, ਫਿਰ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਚੱਲਣ ਵਾਸਤੇ ਤਿਆਰ ਹੋਏ ਵੀ ਇੱਥੋਂ ਅੱਗੇ ਜਾਣਾ ਹੈ। ਇਸ ਤਿਖਾਨ ਘਰ ਮਹਿ ਤਬ ਬਸੇ, ਸਤਿਗੁਰੂ ਪਾਤਸ਼ਾਹ ਜੀ ਜਿਸ ਤਰਖਾਨ ਸਿੱਖ ਦੇ ਘਰ ਵਿੱਚ ਵਸੇ ਸਨ, ਆਪ ਗੁਰਦੁਆਰੋ ਤਹਾਂ ਪ੍ਰਕਾਸ਼ੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਉੱਥੇ ਹੁਣ ਗੁਰਦੁਆਰਾ ਹੈ। ਉਹ ਦੋਨੇ ਜਗ੍ਹਾ ਦੇ ਉੱਪਰ ਜਿਸ ਤਰਖਾਨ ਦੇ ਸਿੱਖ ਦੇ ਘਰ ਵਿੱਚ ਪਹਿਲਾਂ ਗਏ ਸਨ, ਜਿਹੜਾ ਕੁਰੂਕਸ਼ੇਤਰ ਦੇ ਰਹਿਣ ਵਾਲਾ, ਉੱਥੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਯਾਦ ਵਿੱਚ ਗੁਰੂ ਘਰ ਸੁਸ਼ੋਭਿਤ ਹੈ। ਜਿੱਥੇ ਬਾਅਦ ਵਿੱਚ ਕੈਂਥਲ ਦੇ ਵਿੱਚ ਗਏ ਨੇ ਤਰਖਾਨ ਸਿੱਖ ਦੇ ਘਰ ਦੇ ਵਿੱਚ, ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਅਸੀਂ ਆਪ ਡਿੱਠਾ, ਆਪ ਉਹਦੇ ਦਰਸ਼ਨ ਕੀਤੇ ਹਨ। ਸ਼ਬਦ ਕੀਰਤਨ ਹੋਤ ਹਮੇਸ਼, ਤੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਚਰਨ ਪਾਉਂਦੇ ਜਾਂ ਬੈਠਦੇ ਸਨ, ਉੱਥੇ ਦੋਨੇ ਵੇਲੇ ਨਿਤਨੇਮ ਔਰ ਗੁਰੂ ਦੀ ਬਾਣੀ ਦਾ ਕੀਰਤਨ ਹੁੰਦਾ ਔਰ ਹੁੰਦਾ ਰਹੇਗਾ ਔਰ ਹੁੰਦਾ ਹੈ। ਸਤਿਗੁਰਾਂ ਦੇ ਦਰਬਾਰ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਅਤੇ ਇਸੇ ਤਰ੍ਹਾਂ ਹੋਰ ਗੁਰਬਾਣੀਆਂ ਦਾ, ਹੋਰ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ, ਗੁਰਬਾਣੀ ਦਾ ਪਾਠ ਹੁੰਦਾ ਹੈ। ਰਹਿ ਸਿੰਘ ਪੂਜੈ ਸੋ ਵਿਸ਼ੇਸ਼, ਤੇ ਜਿਹੜੇ ਇੱਥੇ ਸਿੱਖ ਰਹਿੰਦੇ ਨੇ, ਕਹਿਣ ਲੱਗੇ ਅੱਜ ਵੀ ਉਹਨਾਂ ਥਾਵਾਂ ਤੇ ਜਿੱਥੇ ਗੁਰੂ ਨਾਨਕ ਸਾਹਿਬ ਦੇ 9ਵੇਂ ਸਰੂਪ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਰਨ ਪਾਏ ਨੇ, ਉੱਥੇ ਗੁਰੂ ਘਰ ਬਣੇ ਹੋਏ ਨੇ। ਅੱਜ ਵੀ ਉੱਥੇ ਕੀਰਤਨ ਹੁੰਦਾ ਔਰ ਗੁਰੂ ਕੇ ਸਿੱਖ ਜਾਂ ਗੁਰੂ ਕੇ ਸਿੰਘ ਜਿਹੜੇ ਨੇ ਅੱਜ ਵੀ ਉਹਨਾਂ ਸਥਾਨਾਂ ਦੀ ਸੇਵਾ ਕਰਦੇ ਹਨ। ਤਿਸ ਕੈਂਥਲ ਪੁਰ ਮਹਿ ਕਬ ਵਸੈ, ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਇੱਥੇ ਰਿਹਾ ਹਾਂ। ਜਿਨ੍ਹਾਂ ਨੇ ਇਹ ਕਥਾ ਲਿਖੀ ਹੈ ਨਾ, ਆਪਾਂ ਸਰਵਣ ਕਰਦੇ ਪਏ, ਕਵੀ ਭਾਈ ਸੰਤੋਖ ਸਿੰਘ ਜੀ ਆਪ ਵੀ ਉੱਥੇ ਕੈਂਥਲ ਦੇ ਵਿੱਚ ਰਹੇ ਨੇ ਤੇ ਕਹਿੰਦੇ ਵੀ ਅਸੀਂ ਆਪ ਉਹਨਾਂ ਸਥਾਨਾਂ ਦੇ ਦਰਸ਼ਨ ਕੀਤੇ ਹਨ। ਗੁਰੂ ਜਸ ਕਰਤ ਰਹਿਓ ਅਗਨਸੈ, ਇੱਥੇ ਮੈਂ ਆਪ ਗੁਰੂ ਦਾ ਜਸ ਲਿਖਦਾ ਰਿਹਾ। ਇਹ ਜਿਹੜੀ ਕਥਾ ਲਿਖੀ ਹੈ ਕੈਂਥਲ ਦੇ ਵਿੱਚ ਰਹਿ ਕੇ ਉਹਨਾਂ ਨੇ ਲਿਖੀ ਹੈ ਤੇ ਕਹਿਣ ਲੱਗੇ ਵੀ ਇਹ ਸਾਰੇ ਮੈਂ ਵੱਡੇ ਸ਼ੁਭ ਕਾਰਜ ਕਰਕੇ ਆਪਣੇ ਪਾਪਾਂ ਨੂੰ ਦੂਰ ਕੀਤਾ ਹੈ। ਮਿਲੈ ਭਉਤਰ ਸ਼ਰਧਾ ਸਾਥ, ਤੇ ਕਹਿਣ ਲੱਗੇ ਵੀ ਉੱਥੇ ਸਤਿਗੁਰਾਂ ਦੇ ਨਾਲ ਸ਼ਰਧਾ ਨਾਲ ਸਿੱਖ ਸੰਗਤਾਂ ਮਿਲਦੀਆਂ ਹਨ। ਕਰੈ ਨਿਹਾਲ ਕਿਰਪਾ ਧਰਨਾਥ, ਤੇ ਕਿਰਪਾ ਦੇ ਖਜ਼ਾਨੇ ਮਹਾਰਾਜ ਦੀ ਨਿਹਾਲ ਕਰਦੇ ਸੰਗਤਾਂ ਨੂੰ ਬਖਸ਼ਿਸ਼ ਕਰਦੇ ਹਨ। ਕਬ ਸੰਤੋਖ ਸਿੰਘ ਇਸ ਹੇਤ, ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਮੈਂ ਤੇ ਆਪਣੇ ਆਪ ਨੂੰ ਸਫਲਾ ਕਰਨ ਵਾਸਤੇ ਇਹ ਸਾਰੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾਈ ਹੈ। ਭਾਈ ਸੰਤੋਖ ਸਿੰਘ ਜੀਆਂ ਨੂੰ ਅਕਾਲ ਪੁਰਖ ਦੀ ਐਸੀ ਬਖਸ਼ਿਸ਼ ਸੀ ਕਿ ਛੋਟੀ ਉਮਰ ਦੇ ਵਿੱਚ ਹੀ ਜਦੋਂ ਕੋਈ ਗੱਲ ਸੁਣਦੇ ਸਨ ਕਿਸੇ ਦੇ ਕੋਲੋਂ ਤੇ ਉਹਨੂੰ ਕਵਿਤਾ ਦੇ ਰੂਪ ਦੇ ਵਿੱਚ ਆਪਣੇ ਆਪ ਹੀ ਬਣਾ ਦਿੰਦੇ ਸਨ। ਐਸੀ ਬਖਸ਼ਿਸ਼ ਸੀ ਉਹਨਾਂ ਦੇ ਉੱਪਰ। ਤੇ ਜਦੋਂ ਉਹਨਾਂ ਨੇ ਇਤਿਹਾਸ ਲਿਖਿਆ ਹੈ, ਇਹ ਸਾਡੀ ਝੋਲੀ ਵਿੱਚ ਦਾਤ ਪਾਈ ਹੈ ਨਾ, ਇਤਿਹਾਸ ਆਪਾਂ ਸੁਣਦੇ ਪਏ ਤੇ ਕਹਿਣ ਲੱਗੇ ਇੰਨੀ ਗਰੀਬੀ ਦੇ ਨਾਲ ਜੂਝਦੇ ਸਨ ਵੀ ਕਦੇ ਕਦੇ ਇੱਕ ਟਾਈਮ ਦਾ ਪ੍ਰਸ਼ਾਦਾ ਬਣਦਾ, ਕਦੇ ਦੋਵਾਂ ਟਾਈਮਾਂ ਦਾ ਹੀ ਨਾ ਬਣਦਾ। ਐਸੀ ਗਰੀਬੀ ਦੇ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਭੁੱਖਾ ਤੇ ਭਾਵੇਂ ਰਹਿਣਾ ਪਿਆ, ਪਰ ਇਹ ਵੱਡਾ ਇਤਿਹਾਸ ਸਾਡੇ ਸੁਣਨ ਵਾਸਤੇ, ਸਾਡੇ ਭਲੇ ਵਾਸਤੇ ਉਹਨਾਂ ਨੇ ਸਾਡੀ ਝੋਲੀ ਪਾਇਆ। ਅੱਜ ਕੁਝ ਲੋਕ ਸ਼ੰਕਾ ਜਾਂ ਕਿੰਤੂ ਕਰਦੇ ਨੇ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੈ, ਪਰ ਕੁਰਬਾਨੀ ਜਿਹੜੀ ਹੈ ਨਾ ਉਹ ਵੇਖਣੀ ਪਵੇਗੀ ਵੀ ਕਿਸ ਬੰਦੇ ਨੇ ਕਿੰਨੀ ਕੁਰਬਾਨੀ ਕਰਕੇ ਇਹ ਦਾਤ ਸਾਡੀ ਝੋਲੀ ਪਾਈ ਹੈ। ਜਿਹੜੇ ਕਿੰਤੂ ਕਰਨ ਵਾਲੇ ਨੇ ਉਹ ਇੱਕ ਦਿਨ ਵੀ ਭੁੱਖ ਨੂੰ ਕੱਟ ਨਹੀਂ ਸਕਦੇ, ਪਰ ਇਹ ਉਹਨਾਂ ਦੀ ਕਮਾਈ ਸੀ, ਉਹਨਾਂ ਦੀ ਦ੍ਰਿੜਤਾ ਸੀ, ਜਾਂ ਉਹਨਾਂ ਦਾ ਭਰੋਸਾ ਸੀ, ਜਾਂ ਸਬਰ ਸੀ ਵੀ ਉਹਨਾਂ ਨੇ ਸਭ ਕੁਝ ਆਪਣੇ ਤਨ 'ਤੇ ਸਹਾਰ ਕੇ ਇਹ ਦਾਤ ਕਹਿੰਦੇ ਸੰਗਤਾਂ ਦੀ ਝੋਲੀ ਪਾਉਣ ਵਾਸਤੇ ਮੈਂ ਉਪਰਾਲਾ ਕੀਤਾ। ਤੇ ਕੈਂਥਲ ਦਾ ਜਿਹੜਾ ਰਾਜਾ ਉਹਦੇ ਕੋਲ ਰਹਿ ਕੇ ਫਿਰ ਉਹਨਾਂ ਨੇ ਕਾਗਜ਼ ਦਾ, ਸਿਆਹੀ ਦਾ ਪ੍ਰਬੰਧ ਕੀਤਾ। ਹੋਰ ਵੀ ਜਿਹੜੀਆਂ ਲੋੜਾਂ ਸਨ, ਕਿਉਂਕਿ ਵੱਖ-ਵੱਖ ਥਾਵਾਂ 'ਤੇ ਜਾਣਾ, ਉੱਥੇ ਵੇਖ ਕੇ ਆਉਣਾ ਵੀ ਮਹਾਰਾਜ ਆਏ, ਉੱਥੋਂ ਦੇ ਲੋਕਲ ਬੰਦਿਆਂ ਕੋਲੋਂ ਪੁੱਛਣਾ ਵੀ ਇੱਥੇ ਕੀ ਹੋਇਆ ਸੀ। ਫਿਰ ਜੇ ਕੋਈ ਉੱਥੋਂ ਕਾਗਜ਼ ਮਿਲ ਜਾਣਾ ਉਹ ਵੀ ਲਿਆ ਕੇ ਉਹਨੂੰ ਪੜ੍ਹਨਾ ਤੇ ਫਿਰ ਉਸ ਮੁਤਾਬਕ ਇਤਿਹਾਸ ਲਿਖਣਾ। ਇਹ ਸਾਰਾ ਕੁਝ ਕਹਿੰਦੇ ਅਸੀਂ ਆਪ
ਗੁਰੂ ਮਹਾਰਾਜ ਦੀ ਕਿਰਪਾ ਨਾਲ ਕੀਤਾ ਹੈ। ਵਿਚਰਤ ਮਹਿਤਲ ਮੈਂ ਸੁਖ ਦੇਤ, ਇਸ ਤਰ੍ਹਾਂ ਮਹਾਰਾਜ ਜੀ ਧਰਤੀ ਤੇ ਵਿਚਰ ਕੇ ਸੁਖ ਦਿੰਦੇ ਹਨ। ਦੋਰਾ ਕਰਿਓ ਨਿਹਾਲ ਤੇ ਖਾਨ ਕੋ, ਘਰ ਵਸ ਦਰਸ਼ਨ ਦੀਨ। ਸਤਿਗੁਰੂ ਜੀ ਤਰਖਾਣ ਸਿੱਖ ਦੇ ਘਰ ਵਸ ਕੇ ਦਰਸ਼ਨ ਬਖਸ਼ਿਸ਼ ਕੀਤੇ ਹਨ। ਹੁਣ ਇੱਛਾ ਔਰ ਠਾਨ ਕੈ ਚਲਵੇ ਤਿਆਰੀ ਹੁਣ ਕੀਨ। ਸਤਿਗੁਰੂ ਪਾਤਸ਼ਾਹ ਜੀ ਇੱਥੋਂ ਚੱਲਣ ਦੀ ਤਿਆਰੀ ਕਰਨ ਲੱਗੇ ਹਨ। ਚੌਪਈ ਸ਼੍ਰੀ ਗੁਜਰੀ ਡੇਰੇ ਸਵਾਰੀ। ਡੋਰੇ ਕਹਿਣ ਲੱਗੇ ਮਾਤਾ ਸਾਹਿਬ ਮਾਤਾ ਗੁਜਰੀ ਜੀ ਮਹਾਰਾਜ ਜੀਆਂ ਦੇ ਨਾਲ ਨੇ ਤੇ ਉਹਨਾਂ ਨੂੰ ਡੋਲੇ ਦੇ ਉੱਪਰ ਡੋਰੇ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀਆਂ ਨੇ ਬਿਠਾਇਆ ਚੱਲਣ ਵਾਸਤੇ। ਜਿਸ ਸ਼ਾਦਨ ਮਖਮਲ ਜ਼ਰਕਾਰੀ। ਕਹਿਣ ਲੱਗੇ ਵੀ ਉਹ ਜਿਹੜਾ ਡੋਰਾ ਹੈ ਨਾ ਉਹ ਮਖਮਲ ਦੀ ਚਾਦਰ ਜਿਹੜੀ ਬੜੀ ਕੱਢੀ ਹੋਈ ਹੈ, ਬੜੀ ਸੋਹਣੀ ਮਲਮਲ ਦੀ ਚਾਦਰ ਉਹ ਵਿਛਾਈ ਹੋਈ ਹੈ। ਇੱਕ ਸੁੰਦਰ ਸਯੰਦਨ ਸੰਗ ਭਲੇ। ਇੱਕ ਬੜਾ ਸੋਹਣਾ ਰਥ ਜਿਹੜਾ ਬੜਾ ਸੋਹਣਾ ਸ਼ਿੰਗਾਰਿਆ ਹੋਇਆ ਹੈ। ਮਾਤ ਨਾਨਕੀ ਜਿਸ ਚੜ ਉਹਦੇ ਚਲੇ। ਉੱਪਰ ਮਾਤਾ ਸਾਹਿਬ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਮਾਤਾ ਜੀ ਉਸ ਰਥ ਦੇ ਉੱਪਰ ਬੈਠ ਕੇ ਚੱਲੇ ਹਨ। ਬ੍ਰਿਖਵ ਬਿਲੰਦ ਥਲੀ ਤਨ ਪੀਣ। ਕਹਿਣ ਲੱਗੇ ਵੀ ਬੜੇ ਸੋਹਣੇ ਬਲਦ ਬਲ ਵਾਲੇ ਜਿਹੜੇ ਗੱਡਿਆਂ ਦੇ ਅੱਗੇ ਜੋਏ ਹੋਏ ਹਨ। ਜਿਨਕੀ ਕੁਕਦ ਤੁੰਗ ਦੁੱਤ ਤੀਨ। ਹਰੀ ਸੰਤੋਖ ਸਿੰਘ ਜੀ ਕਹਿਣ ਲੱਗੇ ਵੀ ਇਹ ਬੈਲ ਜਿਹੜੇ ਨੇ ਬੜੇ ਬਲ ਵਾਲੇ ਨੇ, ਜਿਨ੍ਹਾਂ ਦੀ ਉੱਚੀ ਕੱਦ ਕਾਠੀ ਹੈ, ਤੁੰਗ ਜਿਨ੍ਹਾਂ ਦੀ ਉੱਚੀ ਹੈ, ਬੜੇ ਸੋਹਣੇ ਬੈਲ ਹਨ। ਤਿੰਨ ਪਰ ਵਸਤਰ ਲਾਲ ਹੀ ਡਾਲੇ। ਇਹਨਾਂ ਬਲਦਾਂ ਦੇ ਉੱਪਰ ਲਾਲ ਰੰਗ ਦੇ ਬੜੇ ਸੋਹਣੇ ਕੱਪੜੇ ਪਾਏ ਹੋਏ ਹਨ। ਚਲਨ ਬੇਗ ਬਹੁਤ ਸ੍ਰਿੰਗ ਇਹ ਵਿਸਾਲੇ। ਬਲਦ ਬੜੀ ਤੇਜ਼ ਤੁਰਦੇ ਨੇ ਤੇ ਜਿਨ੍ਹਾਂ ਦੇ ਲੰਮੇ ਲੰਮੇ ਸਿੰਗ ਹਨ। ਬ੍ਰਿੰਦ ਵਿਭੂਖਨ ਕੋ ਪਹਿਰਾਏ। ਕਹਿਣ ਲੱਗੇ ਵੀ ਇਹਨਾਂ ਬਲਦਾਂ ਦੇ ਗਲ ਵਿੱਚ ਟੱਲੀਆਂ ਪਾਈਆਂ ਹੋਈਆਂ, ਪੈਰਾਂ ਵਿੱਚ ਜਿਹੜੇ ਹਨ ਉਹ ਕਈ ਤਰ੍ਹਾਂ ਦੇ ਜਿਹੜੇ ਘੁੰਗਰੂ ਇਤਿਆਦਿਕ ਪਾਏ ਹੋਏ, ਜਦੋਂ ਬਲਦ ਚੱਲਦੇ ਨੇ ਛਣ ਛਣ ਦੀ ਆਵਾਜ਼ ਕਰਦੇ ਹਨ। ਜਵੇ ਚਲਤ ਬੜ ਸ਼ਬਦ ਜਦੋਂ ਉਠਾਏ। ਚੱਲਦੇ ਨੇ ਉਦੋਂ ਛਣਕ ਛਣਕ ਦੀ ਆਵਾਜ਼ ਆਉਂਦੀ ਹੈ। ਅਗਰ ਚਲੇ ਰਥ ਪੰਥ ਮਜਾਰ। ਅੱਗੇ ਅੱਗੇ ਰੱਥ ਚੱਲਦੇ ਪਏ ਨੇ ਜਿਹਦੇ ਉੱਪਰ ਮਾਤਾ ਨਾਨਕੀ ਸਾਹਿਬ ਬੈਠੇ ਹਨ। ਪੁਨ ਡੋਲਾ ਲੈ ਬਲੀ ਕਹਾਰ। ਫਿਰ ਜਿਸ ਡੋਲੇ ਦੇ ਵਿੱਚ ਮਾਤਾ ਗੁਜਰੀ ਜੀ ਬੈਠੇ ਸਨ ਉਹ ਕੁਹਾਰਾ ਨੇ ਆਪਣੇ ਮੋਢੇ ਤੇ ਚੁੱਕਿਆ ਹੋਇਆ ਹੈ। ਬਹੁਰ ਬਹੀਰ ਸੰਗ ਜੇ ਦਾਸ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮਗਰ ਮਗਰ ਕਈ ਸੰਗਤਾਂ ਸਿੱਖ ਤੇ ਕਈ ਸਾਧੂ ਮਹਾਰਾਜ ਦੇ ਨਾਲ ਚੱਲਦੇ ਪਏ ਹਨ। ਉਹ ਚਾਕਰ ਕੋ ਪ੍ਰੇਮ ਪ੍ਰਕਾਸ਼। ਤੇ ਕੋਈ ਮਹਾਰਾਜ ਜੀਆਂ ਦੇ ਨੌਕਰ ਨੇ ਤਰਖਾਹ ਦੇ ਉੱਪਰ ਰੱਖੇ ਹੋਏ ਤੇ ਕੁਝ ਭਾਵਨਾ ਪ੍ਰੇਮ ਦੇ ਨਾਲ ਸੇਵਾ ਕਰਨ ਵਾਲੇ ਸੇਵਾਦਾਰ ਨਾਲ ਹਨ। ਚਲੇ ਜਾਏ ਗੁਰ ਕੀਰਤ ਕਰਤੇ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਕੀਰਤੀ ਕਰਦਿਆਂ ਹੋਇਆ ਪਰਮੇਸ਼ਰ ਦੀ ਬੰਦਗੀ ਕਰਦਿਆਂ ਹੋਇਆਂ ਤੁਰੇ ਜਾਂਦੇ। ਦੇਸ਼ ਵਿਦੇਸ਼ ਵਿਸ਼ੇਸ਼ ਨਿਹਰਤੇ। ਸਤਿਗੁਰੂ ਪਾਤਸ਼ਾਹ ਜੀ ਦੇਸ਼ ਨੂੰ ਵਿਦੇਸ਼ ਨੂੰ ਵੇਖਦੇ ਨੇ, ਵਿਸ਼ੇਸ਼ ਕਰਕੇ ਧਰਤੀ ਦੀ ਸੈਰ ਕਰ ਰਹੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਤਰੇ। ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਥੱਲੇ ਬਲੀ ਤੁਰੰਗ ਵਿੱਚ ਗੁਣ ਖਰੇ। ਬੜਾ ਬਲ ਵਾਲਾ ਘੋੜਾ ਮਹਾਰਾਜ ਆਪ ਘੋੜੇ ਤੇ ਨੇ। ਮਾਤਾ ਗੁਜਰੀ ਜੀ ਡੋਲੇ ਦੇ ਵਿੱਚ ਨੇ, ਮਾਤਾ ਨਾਨਕੀ ਜੀ ਰਥ ਦੇ ਉੱਪਰ ਨੇ, ਗੱਡਿਆਂ ਦੇ ਉੱਪਰ ਸਮਾਨ ਲੱਦਿਆ ਹੋਇਆ, ਸੰਗਤਾਂ ਕੋਲ ਵੀ ਆਪੋ ਆਪਣੇ ਸਾਧਨ ਨੇ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਘੋੜੇ ਦੇ ਉੱਪਰ ਚੜ੍ਹ ਕੇ ਜਾਂਦੇ ਪਏ ਹਨ। ਚੰਦਰਕ ਚੰਦ ਮਨਿੰਦ ਬਿਲੰਦ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਖ ਕਹਿਣ ਲੱਗੇ ਬੜਾ ਸੋਹਣਾ, ਤੇ ਕਹਿਣ ਲੱਗੇ ਚੰਦ ਦੀ ਚਾਂਦਨੀ ਵਾਂਗ ਡਾਢੇ ਚਿੱਟੇ ਰੰਗ ਦਾ ਉਹ ਸੁੰਦਰ ਘੋੜਾ ਹੈ। ਜਿਸ ਘੋੜੇ ਦੇ ਉੱਪਰ ਮਹਾਰਾਜ ਬੈਠੇ ਨੇ, ਦੁੱਧ ਨਾਲੋਂ ਵੀ ਮੰਨ ਲਓ ਵੀ ਚਿੱਟਾ ਹੈ ਇਸ ਦਾ ਰੰਗ, ਜਿਸ ਦੇ ਉੱਪਰ ਮਹਾਰਾਜ ਬੈਠੇ ਹਨ। ਸੇਤ ਬਰਨ ਸੁੰਦਰ ਦੁੱਤਵੰਦ। ਤੇ ਕਹਿਣ ਲੱਗੇ ਚਿੱਟੇ ਰੰਗ ਦਾ ਤੇ ਬੜਾ ਸੋਹਣਾ ਤੇ ਬਲ ਵਾਲਾ ਘੋੜਾ ਮਹਾਰਾਜ ਦੇ ਥੱਲੇ ਹੈ। ਬਿਨ ਮਰਜ਼ੀ ਨਾ ਕਰੇ ਚਲਾਕੀ। ਸਤਿਗੁਰਾਂ ਦੀ ਮਰਜ਼ੀ ਤੋਂ ਬਿਨਾਂ ਚਲਾਕੀ ਨਹੀਂ ਕਰਦਾ। ਮਹਾਰਾਜ ਨੂੰ ਮੰਨ ਕੋ ਕਿ ਪੁੱਛ ਕੇ ਹੀ ਮਹਾਰਾਜ ਨੂੰ ਧਰਤੀ ਤੇ ਪੈਰ ਰੱਖਦਾ ਹੋਵੇ, ਇੰਨਾ ਆਗਿਆ ਦੇ ਵਿੱਚ ਹੈ। ਚਾਲ ਅਡੋਲ ਅਮੋਲਕਤਾ ਕੀ। ਤੇ ਕਹਿਣ ਲੱਗੇ ਚਾਲ ਇਹਦੀ ਬੜੀ ਸਿੱਧੀ ਹੈ, ਉੱਤੇ ਬੈਠਾ ਹੋਇਆ ਸਵਾਰ ਉਹਨੂੰ ਮਾਸਾ ਵੀ ਦੁੱਖ ਨਹੀਂ ਹੁੰਦਾ ਜਾਂ ਤਕਲੀਫ ਨਹੀਂ ਹੁੰਦੀ ਹੈ। ਮੋਰ ਮਨਿੰਦ ਮੋਰ ਕਰ ਗਰੀਵਾ। ਲੱਗੇ ਜਿਵੇਂ ਮੋਰ ਚੱਲਦਾ ਨਾ ਧੌਣ ਨੀਵੀਂ ਕਰਕੇ, ਘੋੜਾ ਇਸੇ ਤਰ੍ਹਾਂ ਚੱਲਦਾ, ਧੌਣ ਨੀਵੀਂ ਥੱਲੇ ਕੀਤੀ ਹੋਈ ਹੈ ਤੇ ਬੜਾ ਐ ਆਰਾਮ ਦੇ ਨਾਲ ਜਿਵੇਂ ਕਿਸ਼ਤੀ ਚੱਲਦੀ ਹੈ ਨਾ ਪਾਣੀ ਦੇ ਉੱਪਰ, ਇਸੇ ਤਰ੍ਹਾਂ ਕਹਿੰਦੇ ਘੋੜਾ ਮਹਾਰਾਜ ਨੂੰ ਸਵਾਰੀ ਦਿੰਦਾ ਹੈ। ਚਲੇ ਕੇ ਖਰੇ ਪੁਸ਼ਟ ਤਨ ਥੀਵਾ। ਭਾਵੇਂ ਚੱਲਦਾ ਹੈ ਤੇ ਭਾਵੇਂ ਖਲੋਤਾ, ਪਰ ਸਰੀਰ ਦਾ ਬਹੁਤ ਜ਼ਿਆਦਾ ਪੁਸ਼ਟ ਮੋਟਾ ਤਾਜ਼ਾ ਹੈ। ਗੁਰੂ ਸਤੀਰਜ ਮਾਰਗ ਤੋਰੈ। ਸਤਿਗੁਰੂ ਜੀ ਹੌਲੀ ਹੌਲੀ ਰਸਤੇ ਤੇ ਤੁਰ ਰਹੇ ਹਨ। ਕਰਤ ਕੁੰਡਲੀ ਭਾਇਨ ਮੂਰੈ। ਤੇ ਕਹਿਣ ਲੱਗੇ ਵੀ ਇਹ ਜਦੋਂ ਪੈਰ ਪਿੱਛੇ ਨੂੰ ਪਟ ਕੇ ਅੱਗੇ ਰੱਖਦਾ ਤੇ ਆਪਣੀਆਂ ਖੁਰੀਆਂ ਦੇ ਨਾਲ ਮਿੱਟੀ ਪਟਦਾ ਜਾਂਦਾ ਹੈ। ਤਾਜ ਕੈਥਲ ਆਗੇ ਗੁਰ ਚਾਲੇ। ਸਤਿਗੁਰੂ ਜੀ ਕੈਂਥਲ ਤੋਂ ਅੱਗੇ ਚੱਲੇ ਹਨ। ਲੋਕ ਆਪਣੇ ਲੀਨ ਸੁਨਾਲੇ। ਆਪਣੀਆਂ ਸੰਗਤਾਂ
ਸੰਗਤਾਂ ਸਿੱਖਾਂ ਨੂੰ ਨਾਲ ਲਿਆ ਹੈ। ਉਸ 5-10 ਮੰਜ਼ਲ ਗਏ। ਕਹਿਣ ਲੱਗੇ ਵੀ ਮਹਾਰਾਜ ਇਸ ਤਰ੍ਹਾਂ 15 ਕੋਹ ਕੈਂਥਲ ਤੋਂ ਚੱਲ ਕੇ ਅੱਗੇ ਗਏ ਹਨ। ਉਤਰਨ ਕੋ ਗੁਰ ਚਾਹਤ ਭਏ। ਸਤਿਗੁਰੂ ਪਾਤਸ਼ਾਹ ਇੱਥੇ ਮਹਾਰਾਜ ਉਤਰਨਾ ਚਾਹੁੰਦੇ ਹਨ। ਨਾਮ ਬਾਰਨਾ ਗ੍ਰਾਮ ਬਿਲੋਕਾ। ਬਾਰਨਾ ਨਾਮ ਦਾ ਪਿੰਡ ਹੈ। ਕਹਿਣ ਲੱਗੇ ਮਹਾਰਾਜ ਨੇ ਵੇਖਿਆ ਵੀ ਇਹ ਨਗਰ ਬਾਰਨਾ ਨਾਮ ਦਾ ਪਿੰਡ ਆਇਆ ਹੈ। ਇਸਕੇ ਨਿਕਟ ਜਾਏ ਹੈ ਰੋਕਾ। ਤੇ ਸਤਿਗੁਰਾਂ ਨੇ ਘੋੜਾ ਰੋਕ ਲਿਆ। ਬਾਰਨੇ ਪਿੰਡ ਦੇ ਕੋਲ ਜਾ ਕੇ ਆਪਣੇ ਘੋੜੇ ਨੂੰ ਰੋਕਿਆ ਹੈ। ਇੱਕ ਨਰ ਨਿਕਟ ਗੁਰ ਆਇਓ। ਸੋ ਇੱਕ ਇੱਥੇ ਮਨੁੱਖ ਜਿਹੜਾ ਸੀ ਖਲੋਤਾ ਹੋਇਆ, ਉਹਨੇ ਵੇਖਿਆ ਵੀ ਕੋਈ ਸਾਧੂ ਆਇਆ ਤੇ ਉਹ ਦੌੜ ਕੇ ਕੋਲ ਆਇਆ ਹੈ। ਦਰਸ਼ਨ ਦੇਖ ਤਸੀਸ ਨਿਵਾਇਓ। ਸਤਿਗੁਰਾਂ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਸਿਰ ਝੁਕਾਇਆ ਹੈ। ਖਰੋ ਭਇਓ ਬੂਝੋ ਤਬ ਤਾਈ। ਸਤਿਗੁਰਾਂ ਦੇ ਕੋਲ ਖਲੋ ਗਿਆ ਤੇ ਮਹਾਰਾਜ ਪੁੱਛਣ ਲੱਗੇ ਹਨ। ਸਿੱਖ ਕੋ ਸਦਨ ਅਹਿ ਕਹਿ ਨਾਹੀ। ਮਹਾਰਾਜ ਕਹਿਣ ਲੱਗੇ ਭਾਈ ਇੱਥੇ ਕੋਈ ਸਾਡਾ ਸਿੱਖ ਹੈ, ਕੋਈ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਇਸ ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ ਕਿ ਨਹੀਂ ਹੈ। ਸੁਰਤ ਬਤਾਇਓ ਰਾਹਕ ਉਹ ਅਹੈ। ਜਿਹੜਾ ਜ਼ਿਮੀਂਦਾਰ ਕਿਸਾਨ ਆਇਆ ਸੀ ਨਾ ਚੱਲ ਕੇ ਖੇਤਾਂ ਵਿੱਚੋਂ, ਤੇ ਉਹ ਸੁਣ ਕੇ ਮਹਾਰਾਜ ਨੂੰ ਕਹਿਣ ਲੱਗਾ ਸਗਰੇ ਗ੍ਰਾਮ ਏਕ ਸਿਖਰ ਹੈ। ਮਹਾਰਾਜ ਇਹ ਸਾਰੇ ਪਿੰਡ ਦੇ ਵਿੱਚ ਇੱਕੋ ਹੀ ਸਿੱਖ ਹੈ, ਜਿਹੜਾ ਤੁਹਾਡਾ ਸਿੱਖ ਹੈ, ਸਿੱਖੀ ਨੂੰ ਧਾਰਨ ਕਰਨ ਵਾਲਾ ਇੱਕ ਹੀ ਹੈ। ਕੁਸ਼ਕ ਭਲੋ ਸ਼ਰਧਾਲੂ ਥੋਰਾ। ਤੇ ਮਹਾਰਾਜ ਉਹ ਹੈ ਤੇ ਕੁਝ ਚੰਗਾ ਹੈ, ਪਰ ਉਹ ਸ਼ਰਧਾਲੂ ਥੋੜਾ ਘੱਟ ਹੈ, ਪਰ ਹੈ ਚੰਗੇ ਸੁਭਾਅ ਦਾ ਹੈ। ਬਸੈ ਇਕਾਕੀ ਸਿੱਖੈ ਨ ਉਹ ਔਰ। ਇਕੱਲਾ ਹੀ ਇੱਥੇ ਰਹਿੰਦਾ ਹੈ ਤੇ ਉਹਦੇ ਬਿਨਾ ਹੋਰ ਕੋਈ ਦੂਜਾ ਨਹੀਂ ਰਹਿੰਦਾ ਹੈ। ਤਬ ਸ਼੍ਰੀ ਤੇਗ ਬਹਾਦਰ ਭਾਖਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਤਿਸੈ ਹਕਾਰਨ ਕੀ ਹਮ ਆਕਾਂਖਾ। ਮਹਾਰਾਜ ਕਹਿੰਦੇ ਫਿਰ ਉਹਨੂੰ ਬੁਲਾਉਣ ਦੀ ਸਾਡੀ ਇੱਛਾ ਹੈ ਤੇ ਜਾ ਕੇ ਬੁਲਾ ਕੇ ਲੈ ਕੇ ਆਉਣਾ ਕਰ। ਕਰਨੋ ਡੇਰਾ ਤਿਸਕੇ ਧਾਮ। ਅਸੀਂ ਉਹਦੇ ਘਰ ਵਿੱਚ ਡੇਰਾ ਕਰਨਾ ਚਾਹੁੰਦੇ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਹੈ। ਜਾਂ ਤੇ ਕਰੋ ਬੁਲਾਵਨ ਕਾਮ। ਸਾਨੂੰ ਕੰਮ ਹੈ ਤੇ ਇਸ ਕਰਕੇ ਉਸ ਨੂੰ ਬੁਲਾਉਣਾ ਕਰ। ਸੁਨ ਕਰ ਆ ਗਿਆ ਕੋ ਨਰ ਗਇਓ। ਉਹ ਜਿਹੜਾ ਮਨੁੱਖ ਜ਼ਿਮੀਂਦਾਰ ਆਇਆ ਸੀ ਖੇਤਾਂ ਵਿੱਚੋਂ ਚੱਲ ਕੇ ਮਹਾਰਾਜ ਦਾ ਹੁਕਮ ਸੁਣ ਕੇ ਚਲਾ ਗਿਆ ਆਵਾਜ਼ ਮਾਰਨ ਮਿਲਿਓ ਵਾਸਤੇ। ਜਾਟ ਸੋ ਭਾਖਤ ਭਇਓ। ਘਰ ਦੇ ਵਿੱਚ ਬੈਠਾ ਜਿਹੜਾ ਬੰਦਾ ਹੈ ਨਾ, ਉਹਦੀ ਜਾਤ ਜੱਟ ਹੈ ਤੇ ਉਸ ਨੂੰ ਜਾ ਕੇ ਕਹਿਣ ਲੱਗਾ ਹੈ। ਵਹਿਰ ਹਕਾਰਤ ਹੈ ਨਰ ਭਲੇ। ਇਹ ਜਾ ਕੇ ਦੱਸਿਆ, ਕਹਿਣ ਲੱਗਾ ਵੀ ਬਾਹਰ ਇੱਕ ਬੜਾ ਚੰਗਾ ਬੰਦਾ ਆਇਆ, ਬੜੇ ਚੰਗੇ ਸੁਭਾਅ ਦਾ, ਤੇ ਉਹਦੇ ਮੁਖ ਤੇ ਨੂਰ ਬੜਾ, ਤੇ ਉਹ ਤੈਨੂੰ ਬਾਹਰ ਬੁਲਾਉਂਦੇ ਪਏ ਹਨ। ਤੋਏ ਪ੍ਰਤੀਖਣ ਕਰਤੇ ਖਲੇ। ਤੈਨੂੰ ਖਲੋਤੇ ਹੋਏ ਉਡੀਕਦੇ ਪਏ ਨੇ, ਤੇ ਚੱਲ ਮੇਰੇ ਨਾਲ, ਤੂੰ ਚੱਲ ਕੇ ਉਹਨਾਂ ਦੇ ਦਰਸ਼ਨ ਕਰ। ਕਾਛੂ ਤਵੈ ਤਹਾਂ ਚਲ ਆਇਓ। ਕਹਿਣ ਲੱਗੇ ਵੀ ਉਸ ਵੇਲੇ ਭਾ ਪਟਵਾਰੀ ਆ ਗਿਆ। ਇੰਨੇ ਚਿਰ ਨੂੰ ਨਾ ਜਦੋਂ ਸੁਣਿਆ ਆਇਆ ਵੀ ਚੱਲ ਤੈਨੂੰ ਮਹਾਰਾਜ ਬੁਲਾਉਂਦੇ, ਇੰਨੇ ਚਿਰ ਨੂੰ ਗਿਰਦਾਵਰੀ ਕਰਨ ਵਾਸਤੇ, ਗਿਰਦੌਰੀ ਕਰਨ ਵਾਸਤੇ ਪਟਵਾਰੀ ਚੱਲ ਕੇ ਆਇਆ ਹੈ। ਕਛ ਕੋ ਕਰਤ ਫਿਰੈ ਤਿਸ ਥਾਇਓ। ਤੇ ਕਹਿਣ ਲੱਗੇ ਵੀ ਇਹ ਜੱਟ ਉਹਦੇ ਨਾਲ ਲੱਗਾ ਸੀ, ਉਹਦਾ ਫੜ ਕੇ ਉਹ ਜਿਹੜੀ ਸੰਗਲੀ ਹੈ, ਜੰਜੀਰ ਹੈ ਜ਼ਮੀਨ ਨੂੰ ਮਿਲਣ ਵਾਸਤੇ, ਜੋ ਵੀ ਉਹਦੇ ਕੋਲ ਉਸ ਵੇਲੇ ਦਾ ਹੋਵੇਗਾ ਜ਼ਮੀਨ ਦੀ ਮਿੰਤੀ ਵਾਲਾ ਕੋਈ ਸਾਧਨ, ਉਹਦੇ ਨਾਲ ਇਹ ਜੱਟ ਜਿਹੜਾ ਜ਼ਮੀਨ ਮਿਲਦਾ ਪਿਆ ਪਟਵਾਰੀ ਦੇ ਨਾਲ ਲੱਗਾ ਹੋਇਆ ਹੈ। ਸੁਨਤ ਜਾਟ ਨੇ ਹਿਰਦੈ ਵਿਚਾਰੀ। ਉਸ ਵੇਲੇ ਜਦੋਂ ਸੁਣਿਆ ਨਾ, ਜੱਟ ਨੇ ਸੁਣਿਆ ਆਇਆ ਵੀ ਬਾਹਰ ਇੱਕ ਬੜਾ ਚੰਗਾ ਬੰਦਾ ਆਇਆ, ਤੇ ਉਹ ਮਨ ਵਿੱਚ ਸੋਚਣ ਲੱਗ ਪਿਆ ਹੈ। ਮੈਂ ਅਬ ਜਾਨੋ ਖੇਤ ਮਝਾਰੀ। ਮੈਂ ਹੁਣ ਖੇਤ ਵਿੱਚ ਆਇਆ ਹੋਇਆ ਹਾਂ, ਇਸ ਕਰਕੇ ਪਟਵਾਰੀ ਆਇਆ ਹੋਇਆ ਤੇ ਮੈਂ ਖੇਤ ਵਿੱਚ ਵੀ ਜਾਣਾ ਹੈ। ਉਹ ਸੋਚਣ ਲੱਗ ਪਿਆ ਵੀ ਬਾਹਰ ਤੇ ਇੱਕ ਬੰਦਾ ਆਇਆ, ਪਤਾ ਨਹੀਂ ਉਹਨੇ ਕੀ ਆਖਣਾ, ਪਰ ਮੇਰੇ ਖੇਤ ਵਿੱਚ ਪਟਵਾਰੀ ਵੀ ਆਇਆ ਹੋਇਆ ਤੇ ਮੈਂ ਜਾ ਕੇ ਉਹਦੇ ਨਾਲ ਕੰਮ ਕਰਾਉਣਾ। ਇਹ ਗੱਲ ਸੋਚ ਕੇ ਆਉ ਦੇਖ ਮਿਲ ਕਰ ਪੁਨ ਆਵੋ। ਸੋ ਕਹਿਣ ਲੱਗਾ ਵੀ ਚਲੋ ਕੋਈ ਗੱਲ ਨਹੀਂ, ਮੈਂ ਇੱਕ ਵਾਰੀ ਦੌੜ ਕੇ ਜਾਂਦਾ ਬਾਹਰ, ਜਿਹੜਾ ਬੰਦਾ ਆਇਆ ਉਹਨੂੰ ਬਾਹਰੋਂ ਹੀ ਮਿਲਾਂਗਾ ਤੇ ਮੁੜ ਕੇ ਮੈਂ ਛੇਤੀ ਵਾਪਸ ਆ ਜਾਵਾਂਗਾ। ਊਤ ਮਿਲਨ ਕਾਰਨ ਉਤਲਾਵੋ। ਅਤੇ ਉਹਨਾਂ ਨੂੰ ਮਿਲਣ ਨੂੰ ਛੇਤੀ ਕਰਦਾ ਹਾਂ, ਛੇਤੀ ਨਾਲ ਮਿਲ ਕੇ ਮੈਂ ਆ ਜਾਂਦਾ ਹਾਂ। ਇਨ ਵਿਚਾਰ ਕਰ ਪੂਰਨ ਇਸ ਆਇਓ। ਤਰ੍ਹਾਂ ਸੋਚ ਕੇ ਉਹ ਜੱਟ ਛੇਤੀ ਦੇ ਨਾਲ ਆਪਣੇ ਘਰੋਂ ਬਾਹਰ ਨਿਕਲਿਆ ਹੈ। ਬੈਠੇ ਗੁਰ ਕੋ ਦਰਸ਼ਨ ਪਾਇਓ। ਸਤਿਗੁਰੂ ਬੈਠੇ ਤੇ ਦਰਸ਼ਨ ਕੀਤਾ ਹੈ। ਜਾਨ ਪਛਾਨੇ ਬੰਧਨ ਕੀਨ। ਸਤਿਗੁਰਾਂ ਨੂੰ ਜਾਣ ਪਛਾਣ ਕਰਕੇ ਤੇ ਫਿਰ ਨਮਸਕਾਰ ਕੀਤੀ ਹੈ। ਡੇਰਾ ਕਰਵੇ ਆਸ਼ਾ ਚੀਨ। ਤੇ ਸਤਿਗੁਰਾਂ ਦਾ ਡੇਰਾ ਕਰਾਉਣ ਵਾਸਤੇ ਮਨ ਵਿੱਚ ਸੋਚਣ ਲੱਗ ਪਿਆ। ਹਾਥ ਜੋੜ ਕਰ ਬਾ ਕੇ ਉਚਾਰੇ। ਹੱਥ ਜੋੜ ਕੇ ਜ਼ਿਮੀਂਦਾਰ ਕਹਿਣ ਲੱਗਾ ਹੈ, ਚਲਿਏ ਸਤਿਗੁਰ ਸਦਨ ਹਮਾਰੇ। ਮਹਾਰਾਜ ਮੇਰੇ ਘਰ ਚੱਲੋ, ਕਿਰਪਾ ਕਰਕੇ ਚਰਨ ਪਾਓ। ਸਿਵਰ ਕਰੋ ਨੀਕੇ ਸੁਖ ਪਾਵੋ। ਸਤਿਗੁਰੂ ਮੇਰੇ ਘਰ ਵਿੱਚ ਚਰਨ ਪਾ ਕੇ ਸੁਖ ਪਾਉਣਾ ਕਰੋ। ਸ਼ੀਘਰ ਚਲੋ ਨਾਹਨ ਬਿਲਮਾਵੋ। ਮਹਾਰਾਜ ਛੇਤੀ ਕਰੋ, ਮੇਰੇ ਘਰ ਚੱਲੋ ਪਰ ਛੇਤੀ ਚੱਲੋ। ਮਹਾਰਾਜ ਕਹਿਣ ਲੱਗੇ, ਸੋਚਣ ਲੱਗੇ, ਇੱਕ ਪਾਸੇ ਲੈਣ ਆਇਆ, ਇੱਕ ਪਾਸੇ ਕਹਿੰਦਾ ਛੇਤੀ ਕਰੋ।
ਜਦੋਂ ਆਖਿਆ ਨਾ ਵੀ ਛੇਤੀ ਨਾਲ ਮੇਰੇ ਘਰ ਚੱਲੋ, ਤੇ ਉਸ ਵੇਲੇ ਫਿਰ ਆਇਓ ਕੂਤ ਕਰਨ ਕਛ ਇਹਾਂ। ਤੇ ਮਹਾਰਾਜ ਨੇ ਪੁੱਛਿਆ ਵੀ ਕੀ ਗੱਲ ਹੈ? ਕਹਿੰਦਾ ਜੀ ਬਾਹਰ ਪਟਵਾਰੀ ਆਇਆ ਮੇਰੇ ਖੇਤ ਵਿੱਚ ਮਿੰਤੀ ਕਰਨ ਵਾਸਤੇ। ਮੈਂ ਜਾਵੂਨ ਛੇਤੀ ਜਹਾਂ। ਮੈਂ ਤੁਹਾਨੂੰ ਆਪਣੇ ਘਰ ਵਿੱਚ ਬਿਠਾਵਾਂਗਾ ਤੇ ਮੈਂ ਆਪਣੇ ਖੇਤ ਚਲੇ ਜਾਣਾ, ਜਿੱਥੇ ਉਹ ਜਿਹੜਾ ਪਟਵਾਰੀ ਮਿਣਦਾ ਪਿਆ ਜ਼ਮੀਨ ਨੂੰ। ਸੁਨ ਸ਼੍ਰੀ ਤੇਗ ਬਹਾਦਰ ਭਾਖਾ। ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਉਸ ਵੇਲੇ ਕਹਿਣ ਲੱਗੇ, ਤਹਿ ਪਹੁੰਚਨ ਕੀ ਕਰੋ ਨ ਕਾਂਕਾ। ਮਹਾਰਾਜ ਕਹਿੰਦੇ ਤੈਨੂੰ ਜਾਣ ਦੀ ਲੋੜ ਨਹੀਂ ਹੈ। ਇਹ ਨਾ ਇੱਛਾ ਰੱਖ ਵੀ ਮੈਂ ਉਹ ਪਟਵਾਰੀ ਕੋਲ ਜਾਣਾ, ਤੈਨੂੰ ਜਾਣ ਦੀ ਲੋੜ ਨਹੀਂ ਹੈ। ਤੋਹੇ ਖੇਤ ਰੱਖਿਅਕ ਕਰਤਾਰ। ਤੇਰੇ ਖੇਤ ਦੀ ਰਾਖੀ ਤੇ ਕਰਤਾਰ ਕਰੇਗਾ, ਅਕਾਲ ਪੁਰਖ ਕਰੇਗਾ। ਤੈਨੂੰ ਕੀ ਲੋੜ ਹੈ ਉੱਥੇ ਜਾਣ ਦੀ ਜਾਂ ਵੇਖਣ ਦੀ? ਬਚੈ ਅੰਨ ਘਰ ਆਨ ਸੁਧਾਰ। ਤੇਰੇ ਘਰ ਅੰਨ ਵੀ ਬਚੇਗਾ, ਤੇਰੀ ਜ਼ਮੀਨ ਵੀ ਬਚੇਗੀ, ਬਰਕਤ ਵੀ ਪਵੇਗੀ। ਇਹ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖੇ, ਪਰ ਜੱਟ ਨੂੰ ਜ਼ਮੀਨ ਦੇ ਨਾਲ ਪਿਆਰ ਹੈ। ਸੁਣਦਾ ਤੇ ਪਿਆ ਹੈ, ਪਰ ਧਿਆਨ ਜ਼ਮੀਨ ਵੱਲ ਹੈ ਵੀ ਮਹਾਰਾਜ ਤੇ ਕਹਿੰਦੇ ਜੇ ਨਹੀਂ ਜਾਂਦਾ ਤੇ ਨੁਕਸਾਨ ਹੋ ਸਕਦਾ, ਜਾਵਾਂਗਾ ਤੇ ਫਾਇਦਾ ਹੋ ਸਕਦਾ। ਜੇ ਗੁਰੂ ਨੂੰ ਛੱਡ ਕੇ ਜਾਂਦਾ ਤਾਂ ਵੀ ਘਾਟਾ, ਨਾਲ ਰਹਿੰਦਾ ਹਾਂ ਤੇ ਤਾਂ ਵੀ ਘਾਟਾ। ਜ਼ਿਮੀਂਦਾਰ ਸੋਚਣ ਲੱਗ ਪਿਆ ਇਹ ਅੱਗੋਂ ਕੀ ਜਵਾਬ ਦਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਅੱਜ ਦਾ ਜੋ ਦਿਹਾੜਾ ਆਪਾਂ ਨੂੰ ਪ੍ਰਾਪਤ ਹੋਇਆ 13 ਪੋਹ ਦਾ, ਇਹ ਉਹ ਦਿਨ ਹੈ ਜਿਸ ਦਿਨ ਸਾਹਿਬਜ਼ਾਦਿਆਂ ਨੇ ਔਰ ਮਾਤਾ ਸਾਹਿਬ ਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ ਕਿ ਪਿੱਪਲ ਦੇ ਰੁੱਖ ਦੇ ਨਾਲ ਬੰਨ੍ਹ ਕੇ ਪਹਿਲਾਂ ਤੇ ਗੁਲੇਲੇ ਮਾਰੇ ਗਏ, ਤੇ ਕਹਿਣ ਲੱਗੇ ਠੰਡ ਦੀ ਰੁੱਤ ਹੈ, ਠੰਡੀ ਹਵਾ ਦੇ ਨਾਲ ਸਰੀਰ ਠਰ ਗਿਆ ਹੈ। ਚਿਹਰੇ ਦਾ ਰੰਗ ਜਾਂ ਸਰੀਰ ਦਾ ਰੰਗ ਠੰਡ ਦੇ ਨਾਲ ਨੀਲਾ ਪੈਂਦਾ ਜਾਂਦਾ, ਕਿਉਂਕਿ ਜਿਸ ਠੰਡੇ ਬੁਰਜ ਵਿੱਚ ਕੈਦ ਕੀਤਾ। ਕਹਿਣ ਲੱਗੇ ਵੀ ਇਹਦੇ ਨੇੜੇ ਪਾਣੀ ਖੜਾ ਹੋਣ ਕਰਕੇ ਠੰਡੀ ਹਵਾ ਜਿਹੜੀ ਹੈ ਉੱਪਰ ਨੂੰ ਚੜ੍ਹਦੀ ਹੈ। ਤੇ ਵਿਦਵਾਨਾਂ ਨੇ ਲਿਖਿਆ ਵੀ ਗਰਮੀ ਦੇ ਦਿਨਾਂ ਵਿੱਚ ਵੀ ਉਸ ਬੁਰਜ ਦੇ ਵਿੱਚ ਠੰਡ ਲੱਗਦੀ ਸੀ। ਜਦੋਂ ਗਰਮੀ ਦੇ ਦਿਨ ਹੁੰਦੇ ਸਨ ਉਦੋਂ ਇੰਨੀ ਠੰਡੀ ਹਵਾ ਉੱਥੋਂ ਲੰਘਦੀ ਸੀ ਉਹ ਪਾਣੀ ਦੇ ਨਾਲ ਟਕਰਾ ਕੇ ਬੁਰਜ ਦੇ ਵਿੱਚੋਂ ਦੀ, ਕਿ ਗਰਮੀ ਦੇ ਵਿੱਚ ਗਰਮੀ ਨਹੀਂ ਸੀ ਲੱਗਦੀ। ਤੇ ਸਿਆਲ ਦੇ ਵਿੱਚ ਕਿੰਨੀ ਠੰਡ ਲੱਗਦੀ ਹੋਵੇਗੀ ਉਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ। ਕਹਿਣ ਲੱਗੇ ਉਸ ਠੰਡੀ ਹਵਾ ਦੇ ਨਾਲ ਚਿਹਰੇ ਤੇ ਸਰੀਰ ਦਾ ਰੰਗ ਨੀਲਾ ਪੈ ਗਿਆ, ਤੇ ਨੱਕ ਦੀਆਂ ਜਿਹੜੀ ਕੁਰੰਬਲੀ ਹੈ, ਨੱਕ ਦਾ ਜਿੱਥੋਂ ਨੱਕ ਆਪਣਾ ਲੰਮਾ ਹੈ, ਇਹ ਨੱਕ ਦੀ ਜਿਹੜੀਆਂ ਡੋਡੀ ਹੈ ਇਹ ਠੰਡ ਦੇ ਨਾਲ ਲਾਲ ਹੋ ਗਈ। ਇਸ ਤਰ੍ਹਾਂ ਦਾ ਭਿਅੰਕਰ ਮੰਜ਼ਰ ਜਾਂ ਇਸ ਤਰ੍ਹਾਂ ਦਾ ਭਿਆਨਕ ਉਹ ਸਮਾਂ ਹੈ ਜਦੋਂ ਉਹਨਾਂ ਨੂੰ ਕੈਦ ਵਿੱਚ ਰੱਖਿਆ ਗਿਆ। ਤੇ ਕਹਿਣ ਲੱਗੇ ਵਿਦਵਾਨਾਂ ਨੇ ਵੱਖੋ ਵੱਖਰਾ ਜ਼ਿਕਰ ਕੀਤਾ, ਆਪਾਂ ਤੇ ਕੇਵਲ ਇੰਨਾ ਹੀ ਪੜ੍ਹਦੇ ਹਾਂ ਵੀ ਨੀਹਾਂ ਵਿੱਚ ਚਿਣੇ ਗਏ, ਪਰ ਵਿਦਵਾਨਾਂ ਨੇ ਲਿਖਿਆ ਵੀ ਹੋਰ ਵੀ ਬੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇੱਕ ਦਿਨ ਤੂਤ ਦੀ ਸੋਟੀ ਦੇ ਨਾਲ, ਤੂਤ ਦੀ ਸ਼ਮਕ ਲੈ ਕੇ ਨਾ, ਸੋਟੀ ਲੈ ਕੇ ਤੇ ਉਹਦੇ ਨਾਲ ਕੁੱਟਿਆ ਗਿਆ। ਠੰਡੇ ਠਰੇ ਹੋਏ ਕੋਮਲ ਮਾਸ ਤੇ ਜਦੋਂ ਸੋਟੀ ਵੱਜਦੀ ਹੈ ਤੇ ਸਰੀਰ ਦੇ ਉੱਪਰ ਲਾਛਾਂ ਪੈਂਦੀਆਂ, ਨਿਸ਼ਾਨ ਪੈਂਦੇ। ਐਸੀ ਭਿਆਨਕ ਸਜ਼ਾ, ਕਦੇ ਰੋੜ ਮਾਰਨ ਦੀ ਸਜ਼ਾ ਵੀ ਗੁਲੇਲੇ ਮਾਰੋ, ਤੇ ਕਦੇ ਸੋਟੀਆਂ ਮਾਰਨ ਦੀ ਸਜ਼ਾ ਵੀ ਸੋਟੀ ਮਾਰ ਕੇ ਤੇ ਮਾਸ ਉਹ ਖੇੜੋ, ਡਰ ਜਾਣ, ਰੋਣ ਲੱਗ ਪੈਣ, ਸਾਡੀਆਂ ਮਿੰਨਤਾਂ ਕਰਨ ਵੀ ਅਸੀਂ ਧਰਮ ਬਦਲਦੇ ਹਾਂ। ਪਰ ਜਦੋਂ ਸਾਰਾ ਕੁਝ ਨਾ ਇਹ ਨੇਪਰੇ ਚੜਿਆ, ਗੱਲ ਬਣੀ ਨਹੀਂ ਹੈ। ਤੇ ਫਿਰ ਅੱਜ ਅਖੀਰਲੇ ਦਿਨ ਜਿਹੜੀ ਹੈ ਉਹ ਸਭਾ ਵਿੱਚ ਬੁਲਾਇਆ ਜਾਣਾ ਹੈ। ਸਭਾ ਵਿੱਚ ਚੱਲਣ ਲੱਗੇ ਤੇ ਉਸ ਵੇਲੇ ਮਾਤਾ ਸਾਹਿਬ, ਮਾਤਾ ਗੁਜਰੀ ਜੀਆਂ ਨੇ ਤਿਆਰ ਕੀਤਾ ਇਹਨਾਂ ਬੱਚਿਆਂ ਨੂੰ, ਆਪਣੇ ਵੱਡਿਆਂ ਦੀ ਸ਼ਹੀਦੀ ਔਰ ਵੱਡਿਆਂ ਦੇ ਜੋ ਪੂਰਨੇ ਸੰਦੇਸ਼ ਸਾਰਾ ਸਮਝਾਇਆ ਵੀ ਧਰਮ ਤੋਂ ਨਹੀਂ ਡੁੱਲਣਾ ਹੈ, ਸਰੀਰ ਤੇ ਨਾਸਵੰਤ ਹੈ ਪਰ ਧਰਮ ਦੀ ਕਮਾਈ ਕਰਨੀ ਹੈ। ਜਦੋਂ ਸਾਹਿਬਜ਼ਾਦੇ ਚੱਲਣ ਲੱਗੇ ਨਾ ਬੁਰਜ ਦੇ ਵਿੱਚੋਂ, ਤਿਆਰ ਕਰਕੇ ਮਾਤਾ ਸਾਹਿਬ ਜੀ ਨੇ ਤੋਰਿਆ। ਕਹਿਣ ਲੱਗੇ ਵੀ ਨਿੱਕੇ ਨਿੱਕੇ ਚੋਲੇ ਬਸਤਰ ਨੀਲੇ ਰੰਗ ਦੇ ਮਾਤਾ ਸਾਹਿਬ, ਮਾਤਾ ਗੁਜਰੀ ਜੀਆਂ ਨੇ ਗਲ ਵਿੱਚ ਪਵਾਏ। ਜਦੋਂ 2-4 ਕਦਮ ਚੱਲੇ ਤੇ ਫਿਰ ਪਿੱਛੇ ਨੂੰ ਮੁੜ ਕੇ ਵੇਖਿਆ ਬਾਬਾ ਜੋਰਾਵਰ ਸਿੰਘ ਜੀਆਂ ਨੇ, ਤੇ ਕਹਿਣ ਲੱਗੇ ਦਾਦੀ ਜੀ, ਸਾਡੇ ਮਾਤਾ ਜੀ ਜਦੋਂ ਦੇ ਚੜ੍ਹਾਈ ਕਰ ਗਏ ਨੇ, ਮਾਤਾ ਜੀਤ ਕੌਰ ਜੀ ਜਦੋਂ ਦੇ ਸਰੀਰ ਛੱਡ ਗਏ ਸਨ, ਤੁਸੀਂ ਕਦੇ ਨਹੀਂ ਸਾਨੂੰ ਇਕੱਲਿਆਂ ਛੱਡਿਆ, ਤੇ ਅੱਜ ਅਸੀਂ ਇਕੱਲੇ ਚੱਲੇ ਹਾਂ। ਤੁਸੀਂ ਬਹੁਤਾ ਟਾਈਮ ਨਾ ਲਾਇਓ, ਛੇਤੀ ਸਾਡੇ ਕੋਲ ਮਗਰ ਆ ਜਾਇਓ, ਅਸੀਂ ਤੁਹਾਡੇ ਬਿਨਾਂ ਇਕੱਲੇ ਨਹੀਂ ਰਹਿ ਸਕਦੇ। ਅਸੀਂ ਚੱਲੇ ਹਾਂ ਕੌਮ ਤੋਂ, ਧਰਮ ਤੋਂ ਸ਼ਹੀਦ ਹੋਣ ਵਾਸਤੇ,
ਪਰ ਤੁਸੀਂ ਬਹੁਤਾ ਸਮਾਂ ਨਾ ਲਾਇਓ, ਛੇਤੀ ਸਾਡੇ ਮਗਰ ਆ ਜਾਇਓ। ਇਸ ਤਰ੍ਹਾਂ ਕਹਿ ਕੇ ਕਚਹਿਰੀ ਵਿੱਚ ਆ ਗਏ। ਫਿਰ ਡਰਾ ਕੇ ਪੁੱਛਿਆ ਗਿਆ ਧਰਮ ਬਦਲਣ ਵਾਸਤੇ, ਪਰ ਜਦੋਂ ਨਹੀਂ ਗੱਲ ਬਣੀ ਫਿਰ ਕਾਜੀ ਨੇ ਫਤਵਾ ਲਾਇਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਏ। ਨੀਹਾਂ ਵਿੱਚ ਚਿਣ ਕੇ, ਕੰਧ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏ। ਜਦੋਂ ਕਾਜੀ ਨੇ ਸਜ਼ਾ ਸੁਣਾਈ ਇਸੇ ਤਰ੍ਹਾਂ ਹੀ ਹੋਇਆ। ਨੀਹਾਂ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ। ਮਿਸਤਰੀ ਆ ਗਏ, ਇੱਟਾਂ ਦੀ ਕੰਧ ਬਣ ਲੱਗ ਪਈ, ਕੰਧ ਵਿੱਚ ਖੜੇ ਕਰ ਦਿੱਤਾ। ਵਿਦਵਾਨ ਕਹਿੰਦੇ ਨੇ ਬਣਦਿਆਂ ਬਣਦਿਆਂ ਕੰਧ ਜਦੋਂ ਗੋਡੇ ਤੱਕ ਗਈ ਤੇ ਗੋਡਾ ਥੋੜ੍ਹਾ ਜਿਹਾ ਅੱਗੇ ਨੂੰ ਵਧਿਆ ਹੋਇਆ, ਤੇ ਉਸ ਵੇਲੇ ਮਿਸਤਰੀ ਨੇ ਸੋਚਿਆ ਵੀ ਇਹ ਕੰਧ ਟੇਢੀ ਹੋ ਜਾਏਗੀ, ਮੈਂ ਇੱਟ ਕੱਟ ਲਵਾਂ ਤਾਂ ਕਿ ਕੰਧ ਸਿੱਧੀ ਰਵੇ। ਤੇ ਕਾਜੀ ਨੇ ਪੁੱਛਿਆ ਕੀ ਕਰਨ ਲੱਗਾ? ਕਹਿੰਦਾ ਜੀ ਗੋਡਾ ਅੱਗੇ ਆਉਂਦਾ ਹੈ। ਤੇ ਕਾਜੀ ਕਹਿਣ ਲੱਗਾ ਇੱਟ ਨਹੀਂ ਭੰਨਣੀ ਹੈ, ਗੋਡਾ ਭੰਨ ਲਓ ਪਰ ਕੰਧ ਨੂੰ ਇੱਟ ਸਾਬਤੀ ਲਾਓ। ਤੇ ਬਾਬਾ ਜੋਰਾਵਰ ਸਿੰਘ ਜੀ ਬੋਲੇ, ਕਹਿਣ ਲੱਗੇ ਅਸੀਂ ਵੀ ਨਹੀਂ ਚਾਹੁੰਦੇ ਕਿ ਸਿੱਖੀ ਦਾ ਮਹੱਲ ਤਿਆਰ ਹੋਣ ਲੱਗਾ ਇਹਨੂੰ ਟੁੱਟੀ ਇੱਟ ਲੱਗੇ, ਅਸੀਂ ਨਹੀਂ ਚਾਹੁੰਦੇ, ਇੱਟ ਸਾਬਤੀ ਲਾਓ, ਸਰੀਰ ਦੇ ਅੰਗਾਂ ਦਾ ਕੁਝ ਨਹੀਂ ਹੈ। ਜਦੋਂ ਉਹ ਕੰਧ ਕਰਦਿਆਂ ਕਰਦਿਆਂ ਸਿਰ ਤੱਕ ਕੰਧ ਪਹੁੰਚੀ ਤੇ ਕਹਿਣ ਲੱਗੇ ਸਾਹ ਘੁੱਟਣ ਦੇ ਨਾਲ ਦੋਨੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਬੇਹੋਸ਼ ਹੋ ਕੇ ਡਿੱਗ ਪਏ। ਨਾਲ ਹੀ ਉਹ ਕੰਧ ਟੁੱਟ ਕੇ ਧਰਤੀ ਤੇ ਜਾ ਪਈ। ਉਸ ਵੇਲੇ ਸਾਂਸਲ ਬੇਗ ਤੇ ਕਾਸਮ ਬੇਗ ਨਾਮ ਦੇ ਜਿਹੜੇ ਜਲਾਦ ਸਨ ਉਹਨਾਂ ਨੂੰ ਬੁਲਾਇਆ ਗਿਆ। ਇਹਨਾਂ ਦਾ ਕੋਈ ਸਰਕਾਰ ਦੇ ਕੋਲ ਕੇਸ ਚੱਲਦਾ। ਸਰਕਾਰ ਨੇ ਦਾਬਾ ਮਾਰਿਆ, ਜੇ ਸਾਡਾ ਕੰਮ ਨਹੀਂ ਕਰੋਗੇ ਤੁਹਾਨੂੰ ਉਸ ਕੇਸ ਦੇ ਵਿੱਚ ਜੇਲ੍ਹ ਵਿੱਚ ਸੁੱਟਾਂਗੇ। ਆਪਣੇ ਆਪ ਦਾ ਬਚਾਅ ਕਰਨ ਵਾਸਤੇ ਕਾਜੀ ਦੇ ਇਸ਼ਾਰੇ ਦੇ ਉੱਪਰ ਵਿਦਵਾਨਾਂ ਨੇ ਲਿਖਿਆ ਵੀ ਕਟਾਰ ਦੇ ਨਾਲ ਜਾਂ ਤਲਵਾਰ ਦੇ ਨਾਲ ਦੋਨਾਂ ਬੱਚਿਆਂ ਦੀ ਸਾਹ ਰਗ ਕੱਟੀ ਗਈ ਹੈ। ਇੱਥੋਂ ਸਾਹਮਣੇ ਗਲੇ ਤੋਂ, ਜਿਸ ਤਰ੍ਹਾਂ ਕਿਸੇ ਜੀਵ ਨੂੰ, ਬੱਕਰੇ ਨੂੰ ਵੱਢਿਆ ਜਾਂਦਾ ਨਾ, ਜਾਂ ਕਿਸੇ ਹੋਰ ਜੀਵ ਦੀ ਹੱਤਿਆ ਹੁੰਦੀ ਹੈ। ਅੱਜ ਕੱਲ੍ਹ ਤੁਸੀਂ ਨੈੱਟ 'ਤੇ ਬੜੀਆਂ ਵੀਡੀਓ ਵੇਖਦੇ ਹੋ ਵੀ ਉਹ ਬੰਦਿਆਂ ਦਾ ਕਤਲ ਕਰਕੇ ਵੀਡੀਓ ਬਣਾ ਕੇ ਪਾਉਂਦੇ, ਸਿਰ ਵੱਢ ਕੇ। ਇਸੇ ਤਰ੍ਹਾਂ ਛੁਰੀ ਦੇ ਨਾਲ ਗਲੇ ਦੇ ਸਾਹਮਣੇ ਉਹ ਛੁਰੀ ਚਲਾਈ ਹੈ ਤੇ ਸਾਹ ਰਗ ਵੱਢੀ ਗਈ ਹੈ। ਵਿਦਵਾਨ ਕਹਿੰਦੇ ਨੇ 2.5 ਮਿੰਟ ਦਾ ਸਮਾਂ ਬਾਬਾ ਜੋਰਾਵਰ ਸਿੰਘ ਜੀ ਨੂੰ ਲੱਗਾ ਆਪਣੇ ਸਰੀਰ ਨੂੰ ਸ਼ਾਂਤ ਕਰਦਿਆਂ। ਸਾਹ ਰਗ ਵੱਢਣ ਤੋਂ ਮਗਰੋਂ 2.5 ਮਿੰਟ ਤੱਕ ਸਰੀਰ ਤੜਫਦਾ ਰਿਹਾ। 2.5 ਮਿੰਟ ਬਾਅਦ ਜਾ ਕੇ ਸਰੀਰ ਬਿਲਕੁਲ ਸ਼ਾਂਤ ਹੋ ਗਿਆ, ਪ੍ਰਾਣ ਨਿਕਲ ਗਏ। ਇਸੇ ਤਰ੍ਹਾਂ ਬਾਬਾ ਫਤਿਹ ਸਿੰਘ ਜੀਆਂ ਦੇ ਗਰਦਨ ਦੇ ਉੱਪਰ ਵੀ ਉਹ ਛੁਰੀ ਦੇ ਨਾਲ, ਕਟਾਰ ਦੇ ਨਾਲ ਜਦੋਂ ਸਾਹ ਰਗ ਨੂੰ ਵੱਢਿਆ ਤੇ ਵਿਦਵਾਨ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ 12 ਮਿੰਟ ਤੱਕ ਆਪਣੇ ਪੈਰ ਜਿਹੜੇ ਸਨ ਉਹ ਧਰਤੀ ਤੇ ਮਾਰਦੇ ਰਹੇ। 12 ਮਿੰਟ ਤੱਕ ਚਰਨ ਜਿਹੜੇ ਸਨ ਧਰਤੀ ਤੇ ਮਾਰਦੇ ਰਹੇ। 12 ਮਿੰਟ ਬਾਅਦ ਜਾ ਕੇ ਹੌਲੀ ਹੌਲੀ ਜਿਵੇਂ ਜਿਵੇਂ ਖੂਨ ਨਿਕਲਿਆ ਉਵੇਂ ਉਵੇਂ ਸਰੀਰ ਠੰਡਾ ਹੋਇਆ ਤੇ ਪ੍ਰਾਣ ਨਿਕਲੇ। 12 ਮਿੰਟ ਤੱਕ ਉਹਨਾਂ ਦੇ ਪ੍ਰਾਣ ਜਿਹੜੇ ਨੇ ਨਿਕਲੇ, ਸ਼ਹੀਦੀ ਨੂੰ ਪ੍ਰਾਪਤ ਹੋਏ। ਵਿਦਵਾਨਾਂ ਨੇ ਲਿਖਿਆ 10:45 ਵਜੇ ਤੋਂ ਲੈ ਕੇ 11:15 ਵਜੇ ਤੋਂ ਲੈ ਕੇ 11:30 ਵਜੇ ਤੱਕ ਦਾ ਉਹ ਸਮਾਂ ਹੈ। ਉਸ ਸਮੇਂ ਜਦੋਂ 13 ਪੋਹ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਸ਼ਹੀਦੀ ਨੂੰ ਪ੍ਰਾਪਤ ਕੀਤਾ। ਜਦੋਂ ਸ਼ਹੀਦ ਹੋ ਗਏ ਉਸ ਵੇਲੇ ਟੋਡਰ ਮੱਲ ਤੇ ਕੁਝ ਸਿੱਖ ਸੰਗਤਾਂ ਨੇ ਆਖਿਆ ਅਸੀਂ ਸੰਸਕਾਰ ਕਰਨਾ ਹੈ, ਪਰ ਦੁਸ਼ਮਣ ਜਾਂ ਵਜ਼ੀਰ ਖਾਨ ਵਰਗੇ ਚਾਹੁੰਦੇ ਨੇ ਵੀ ਇਹਨਾਂ ਦੇ ਜਿਹੜੇ ਸਰੀਰ ਨੇ ਇਹਨੂੰ ਰੋਲਿਆ ਜਾਵੇ, ਅਧੋਗਤੀ ਕੀਤੀ ਜਾਵੇ, ਦੁਨੀਆ ਵਿੱਚ ਖੌਫ ਪੈਦਾ ਹੋਵੇ। ਉਹਨਾਂ ਦੇ ਸਰੀਰ ਚੁੱਕ ਕੇ ਜੰਗਲ ਵਿੱਚ ਰਖਾ ਦਿੱਤੇ, ਮੰਨ ਲਓ ਸੁੱਟ ਹੀ ਦਿੱਤੇ, ਰਖਾ ਦਿੱਤੇ। ਤੇ ਆਪਾਂ ਕਹਿ ਰਹੇ ਹਾਂ ਵੀ ਇੱਥੇ ਜਾਨਵਰ ਇਹਨਾਂ ਸਰੀਰਾਂ ਨੂੰ ਖਾ ਜਾਣਗੇ, ਪਰ ਕਹਿਣ ਲੱਗੇ ਉਹਨਾਂ ਸਰੀਰਾਂ ਦਾ ਸੇਵਾ ਕਰਨ ਵਾਸਤੇ ਜੰਗਲ ਵਿੱਚੋਂ ਸ਼ੇਰ ਆਇਆ, ਸਰੀਰਾਂ ਦੇ ਕੋਲ ਸਾਰੀ ਰਾਤ ਬੈਠਾ ਰਿਹਾ। ਸ਼ੇਰ ਦੇ ਆਉਣ ਕਰਕੇ ਕੋਈ ਦੂਜਾ ਜਾਨਵਰ ਨੇੜੇ ਨਹੀਂ ਆਇਆ। ਸਵੇਰ ਚੜ੍ਹਿਆ, ਸਿੱਖਾਂ ਨੇ ਇਕੱਠੇ ਹੋ ਕੇ ਆਖਿਆ ਅਸੀਂ ਸੰਸਕਾਰ ਕਰਨਾ। ਟੋਡਰ ਮੱਲ ਇੱਥੇ ਇੱਕ ਧਨੀ ਸੇਠ ਰਹਿੰਦਾ, ਪਰ ਉਸ ਵੇਲੇ ਵਜ਼ੀਰ ਖਾਨ ਕਹਿਣ ਲੱਗਾ ਸੰਸਕਾਰ ਕਰਨ ਦੀ ਗੱਲ ਤੇ ਬਾਅਦ ਦੀ ਹੈ, ਪਹਿਲਾਂ ਧਰਤੀ ਲਓ ਤੇ ਫਿਰ ਸੰਸਕਾਰ ਕਰੋ। ਤੇ ਉਸ ਵੇਲੇ ਧਰਤੀ ਲੈਣ ਵਾਸਤੇ ਕੀ ਕਰਨਾ ਪਵੇਗਾ? ਸੋਨੇ ਦੀਆਂ ਮੋਹਰਾਂ। ਭਾਵੇਂ ਕਿ ਉਸ ਵੇਲੇ ਜ਼ਮੀਨ ਦਾ ਇੰਨਾ ਰੇਟ ਨਹੀਂ ਸੀ, ਪਰ ਮੈਂ ਤੇ ਸੋਨੇ ਦੀਆਂ ਮੋਹਰਾਂ ਲਵਾਂਗਾ। ਜਿੰਨੀ ਥਾਂ ਤੇ ਸੋਨੇ ਦੀਆਂ ਮੋਹਰਾਂ